ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਜੀ ਖਹਿਰਾ ਸਾਹਿਬ, ਜਿਹੜੀ ਠੰਡ ਹੈ ਕੱਲ੍ਹ ਨਾਲੋਂ ਹੋਰ ਜ਼ਿਆਦਾ ਹੋ ਚੁੱਕੀ ਹੈ। ਈਵਨ ਪੰਜਾਬ ਦੇ ਵਿੱਚ ਵੀ ਹੁਣ ਸਿਰਫ 4 ਡਿਗਰੀ ਜਿਹੜਾ ਟੈਂਪਰੇਚਰ ਹੈ, ਲੋਐਸਟ ਟੈਂਪਰੇਚਰ ਜਿਹੜਾ ਇਸ ਸਾਲ ਦਾ ਜਿਹੜਾ ਨੋਟ ਕੀਤਾ ਗਿਆ। ਇਸ ਭਰਵੀਂ ਜਿਹੜੀ ਮੈਂ ਕਹਿੰਦਾ ਠੰਡ ਦੇ ਵਿੱਚ 80 ਲੋਕ ਕਿੰਨੇ ਕੱਪੜੇ ਪਾ ਕੇ ਬੈਠੇ ਹੋਏ ਆ, ਅੰਦਰਾਂ 'ਚ ਬੈਠੇ ਹੋਏ ਆ, ਤਾਂ ਵੀ ਠੰਡ ਨਾਲ ਠੱਠਰ ਕਰਨੇ ਆ। ਐਂਡ ਕਿਸਾਨੀ ਸੰਘਰਸ਼ ਜੋ ਕਿ 21ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ, ਜਿਸ ਉੱਪਰ ਕੇਂਦਰ ਸਰਕਾਰ ਕੁਝ ਵੱਡਾ ਜਿਹੜਾ ਮੈਂ ਕਹਿੰਦਾ ਕੋਈ ਬਿਆਨ ਦੇਣ ਨੂੰ ਰਾਜ਼ੀ ਨਹੀਂ ਹੈ, ਕੰਨੀ ਕਤਰਾ ਰਹੀ ਹੈ, ਕਿਤੇ ਹੋਰ ਭੱਜ ਕੇ ਕਿਸੇ ਹੋਰ ਲੋਕਾਂ ਨੂੰ ਸੰਬੋਧਨ ਕਰੀ ਜਾ ਰਹੀ ਹੈ, ਪਰ ਕਿਸਾਨੀ ਸੰਘਰਸ਼ ਬਾਰੇ ਕੁਝ ਚੰਗਾ ਸੁਣਨ ਨੂੰ ਵੇਖਣ ਨੂੰ ਨਹੀਂ ਮਿਲ ਪਾ ਰਿਹਾ। ਦੇਖੋ, ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਠੰਡ ਜਿਹੜੀ ਆ ਲਗਾਤਾਰ ਵੱਧ ਰਹੀ ਹੈ। ਕੱਲ ਜਿਹੜਾ ਸੀਗਾ ਉਹ ਲੋਐਸਟ ਟੈਂਪਰੇਚਰ ਜਿਹੜਾ ਸੀਗਾ ਦਿੱਲੀ ਦੇਖਿਆ ਗਿਆ, ਔਰ ਇਹ ਅੱਗੋਂ ਸ਼ਾਇਦ ਹੋਰ ਜਿਹੜਾ ਹੈ ਇਹ ਟੈਂਪਰੇਚਰ ਜਿਹੜਾ ਘਟ ਸਕਦਾ ਹੈ, ਕਿਉਂਕਿ ਦਿੱਲੀ ਸਾਨੂੰ ਪਤਾ ਹੈ ਐਕਸਟ੍ਰੀਮ ਠੰਡ ਪੈਂਦੀ ਹੈ ਤੇ ਐਕਸਟ੍ਰੀਮ ਹੀ ਜਿਹੜੀ ਹੈ ਉਹ ਗਰਮੀ ਹੁੰਦੀ ਹੈ ਜੀ। ਸੋ ਇਹਦੇ ਵਿੱਚ ਤਾਂ ਕੋਈ ਜਿਹੜੀ ਹੈ ਦੁਰਾਏ ਨਹੀਂ ਹੈਗੀ ਕਿ ਬਹੁਤ ਔਖਾ ਹੈ, ਪਰ ਔਖਾ ਇੰਨਾ ਨਹੀਂ ਕਿ ਜਿੰਨਾ ਕੇਂਦਰ ਸਰਕਾਰ ਸਮਝਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਟੁੱਟ ਜਾਣਗੇ, ਅੱਕ ਜਾਣਗੇ, ਥੱਕ ਜਾਣਗੇ ਤੇ ਵਾਪਸ ਚਲੇ ਜਾਣਗੇ, ਤੇ ਜਿਹੜਾ ਕਿ ਹੁਣ ਨਹੀਂ ਕਦੇ ਹੋ ਸਕਦਾ ਜੀ। ਦੇਖੋ, ਜੇ ਉਹਨਾਂ ਦੀ ਈਗੋ ਤੇ ਬਣ ਗਈ ਹੈ ਤੇ ਪੰਜਾਬੀਆਂ ਦੀ ਜਦੋਂ ਫਿਰ ਤੁਸੀਂ ਕਹੋ ਕਿ ਆਨ ਸ਼ਾਨ ਬਾਨ ਤੇ ਬਣੀ ਹੋਈ ਹੈ, ਅਸੀਂ ਲਗਾਤਾਰ ਉੱਥੇ ਖੜੇ ਹਾਂ, ਅਸੀਂ ਤਾਂ ਆਪਣੇ ਹੱਕ ਲਈ ਖੜੇ ਹਾਂ। ਔਰ ਜਦੋਂ ਤੱਕ ਉਹ ਹੁਣ ਇਹ ਵੀ ਮੰਨ ਗਏ ਨੇ ਕਿ ਇਹ ਗਲਤ ਹੈ, ਜੇ ਗਲਤ ਹੈ ਤੇ ਭਾਈ ਫਿਰ ਇਹਨੂੰ ਗਲਤ ਮੰਨੋ ਤੇ ਇਹਨੂੰ ਰੀਪੀਲ ਕਰ ਦਿਓ ਨਾ। ਪਰ ਗੱਲ ਉਹੀ ਹੈ ਕਿ ਉਹ ਕਹਿੰਦੇ ਜੀ ਰੀਪੀਲ ਤਾਂ ਅਸੀਂ ਨਹੀਂ ਕਰਨਾ। ਮਠਿਆਈ ਵਾਲੇ ਡੱਬੇ ਦੀ ਅੱਜਕੱਲ ਗੱਲ ਬਹੁਤ ਹੋਣ ਡਈ ਆ ਕਿ ਉਹ ਕਹਿੰਦੇ ਜੀ ਤੁਸੀਂ ਇਦਾਂ ਕਰੋ ਕਿ ਮਠਿਆਈ ਲੈ ਜਾਓ, ਡੱਬਾ ਤਾਂ ਸਾਡੇ ਕੋਲ ਰਹਿਣ ਦਿਓ, ਕਿ ਮਤਲਬ ਇੱਕ ਨਾ ਸਟਰਕਚਰ ਰਹਿਣ ਦਿਓ ਕਿ ਜਿਹੜੇ ਫਾਰਮਰ ਰਿਫਾਰਮ ਲਾਅ ਜਿਹੜੇ ਆ ਉਹ ਨਾ ਰਹਿਣ ਦਿਓ, ਬਾਕੀ ਤੁਸੀਂ ਆਪਣੀ ਮਰਜ਼ੀ ਦੀ ਅਮੈਂਡਮੈਂਟ ਕਰਾ ਲਓ। ਤਾਂ ਦੇਖੋ, ਜਦੋਂ ਗਵਰਨਮੈਂਟ ਇਦਾਂ ਦੀਆਂ ਗੱਲਾਂ ਕਰਨ ਲੱਗ ਪਵੇ ਤੇ ਫਿਰ ਗਵਰਨਮੈਂਟ ਦਾ ਜਿਹੜਾ ਹੈ ਤੁਸੀਂ ਕਿਵੇਂ ਇਤਬਾਰ ਕਰ ਲਓਗੇ, ਹੈ ਨਾ। ਤੁਸੀਂ ਬਾਰ-ਬਾਰ ਉਹ ਗੱਲ ਕਹਿ ਰਹੇ ਸੀ ਕਿ ਅਸੀਂ ਤੁਹਾਨੂੰ ਲਿਖਤੀ ਅਸ਼ੋਰੈਂਸ ਦੇ ਦਾਂਗੇ, ਲਿਖਤੀ ਤੁਹਾਨੂੰ ਇੱਕ ਧਰਵਾਸਾ ਦੇਵਾਂਗੇ ਕਿ ਬਈ MSP ਜਿਹੜਾ ਹੈ ਉਹ ਪੱਕਾ ਕਰ ਦੇਵਾਂਗੇ ਜੀ। ਫਿਰ ਜੇ ਤੁਸੀਂ ਲਿਖਤੀ ਦੇ ਸਕਦੇ ਹੋ ਤਾਂ ਫਿਰ ਤੁਸੀਂ ਕਾਨੂੰਨ ਕਿਉਂ ਨਹੀਂ ਬਣਾ ਰਹੇ? ਗੱਲ ਉੱਥੇ ਹੈ। ਕੱਲ ਦੇਖੋ, ਜਦੋਂ ਆਪਾਂ ਕਰਿਆ ਗੁਜਰਾਤ ਦੇ ਕਸ਼ ਦੇ ਵਿੱਚ ਉਹਨਾਂ ਨੇ ਇੱਕ ਲੱਗੀ ਜੀ ਸਟੇਟਮੈਂਟ ਦਿੱਤੀ। ਹੁਣ ਤੱਕ ਦੇਖੋ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਨਰਿੰਦਰ ਮੋਦੀ ਸਾਹਿਬ ਹੁਣੀ ਖੁੱਲ੍ਹ ਕੇ ਕਿਉਂ ਨਹੀਂ ਬੋਲ ਰਹੇ। ਜਿਹੜੀ ਗੱਲ ਜਿਹੜੀ ਹੈ ਤੁਸੀਂ ਡਾਇਰੈਕਟ ਉਹ ਵਾਲੀ ਗੱਲ ਹੈ ਕਿ ਤੁਸੀਂ ਭਾਈ ਜੀ ਗੱਲ ਸਾਡੇ ਨਾਲ ਕਰ ਰਹੇ ਹੋ, ਕਹਿ ਕਿਸੇ ਹੋਰ ਨੂੰ ਰਹੇ ਹੋ। ਤੁਸੀਂ ਇੱਕ ਸਟੇਟਮੈਂਟ ਦਿਓ, ਇੱਕ ਪ੍ਰੈਸ ਕਾਨਫਰੰਸ ਰੱਖੋ ਜਿੱਥੇ ਤੁਸੀਂ ਜਿਹੜੇ ਹੈ ਚੁਣਿੰਦੇ ਜਿਹੜਾ ਰਿਪੋਰਟਰ ਸੱਦੋ, ਐਕਸਪਰਟ ਆਉਣਗੇ, ਤੁਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ, ਕ੍ਰਾਸ ਕੁਐਸਚਨ ਕਰ ਲਓ। ਦੇਖੋ, ਡੈਮੋਕ੍ਰੇਸੀ ਜਿਹੜੀ ਹੈ ਉਹ ਇਸੇ ਗੱਲ ਦੀ ਹੈ ਕਿ ਅਸੀਂ ਜਿਹੜਾ ਹੈ ਗੱਲਬਾਤ ਕਰਕੇ ਨਤੀਜਾ ਜਿਹੜਾ ਹੈ ਕੱਢ ਲਈਏ। ਬਾਕੀ ਵੀ ਦੁਨੀਆ ਗਵਾਹ ਆ, ਜਿਹੜੀ ਦੁਨੀਆ ਦੀਆਂ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਗੋਲ ਮੇਜ਼ ਕਾਨਫਰੰਸਾਂ ਦੇ ਦੁਆਰਾ ਹੀ ਜਿਹੜੀਆਂ ਨੇ ਉਹ ਫਤਿਹ ਹੋਈਆਂ ਨੇ ਜਾਂ ਉਹ ਠੰਡੀਆਂ ਹੋਈਆਂ ਨੇ। ਹੁਣ ਦੇਖੋ, ਇਹ ਗੋਲ ਮੇਜ਼ ਕਾਨਫਰੰਸਾਂ ਤਾਂ ਕਰਦੇ ਆ ਔਰ ਬਾਰ-ਬਾਰ ਇਹ ਕਹਿੰਦੇ ਜੀ ਤੁਸੀਂ 5 ਲਿਓ, ਤੁਸੀਂ 7 ਲਿਓ, ਏਦਾਂ ਫੈਸਲੇ ਨਹੀਂ ਹੋਣੇ ਚਾਹੀਦੇ, ਤੁਸੀਂ 32 ਦੇ 32 ਹੋਣੇ ਆ, ਏਦਾਂ ਫੈਸਲੇ ਹੋਣੇ ਨਹੀਂ। ਜੇ ਤੁਸੀਂ 36 ਆ ਗਏ ਤੁਸੀਂ 37 ਆ ਗਏ, ਚਾਹੇ ਉਹ 36 ਹੋਣ ਚਾਹੇ ਉਹ 47 ਹੋਣ, ਜੇ 130 ਕਰੋੜ ਦੀ ਜਨਤਾ ਨੂੰ ਜੇ ਉਹ ਰਿਪਰੈਜ਼ੈਂਟ ਕਰ ਰਹੇ ਆ, ਉਹਨਾਂ ਦੇ ਮੋਹਤਬਾਰ ਬਣਦੇ ਆ ਭਾਈ, ਫਿਰ ਤਾਂ 36-32 ਦਾ ਤਾਂ ਕੋਈ ਅੰਕੜਾ ਹੀ ਨਹੀਂ ਜੀ। ਖੈਰ ਸਾਹਿਬ, ਜੇਕਰ ਗੱਲ ਕਰੀਏ ਹੁਣ ਤੱਕ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਕੀ ਕੀਤਾ ਹੈ, ਇਸ ਪੂਰੇ ਕਿਸਾਨੀ ਸੰਘਰਸ਼ ਨੂੰ ਅਲੱਗ-ਅਲੱਗ ਤਰੀਕੇ ਨਾਲ ਤੋੜਨ ਦੀ, ਵਿਗਾੜਨ ਦੀ, ਉਹਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਅਸੀਂ ਦੇਖ ਰਹੇ ਹਾਂ ਕਿ ਪਹਿਲੀ ਦਿਨ ਹੀ ਜੋੜ ਦਿੱਤਾ ਕਿ ਹਾਂ ਵੀ ਸਾਡਾ ਜਿਹੜਾ ਸਿਕਿਉਰਿਟੀ ਹੈ, ਦੇਸ਼ ਦੀ ਸਿਕਿਉਰਿਟੀ ਹੈ, ਉਸ ਨੂੰ ਖਤਰਾ ਹੈ। ਫਿਰ ਕਹਿਤਾ ਜੀ ਕਰੋਨਾ ਵਾਇਰਸ ਹੈ, ਉਹਦੇ ਨਾਲ ਕਾਫੀ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ। ਫਿਰ ਕਹਿਤਾ ਕਿ ਹਾਂ ਵੀ ਜੀ ਖਾਲਿਸਤਾਨੀ ਸਪੋਰਟਰ ਹੈ, ਪਾਕਿਸਤਾਨੀ ਸਪੋਰਟਰ ਹੈ। ਫਿਰ ਕਹਿਤਾ ਜੀ ਖੱਬੇ ਪੱਖੀ ਬੈਠੇ ਨੇ, ਮਤਲਬ ਕਾਫੀ ਐਲੀਮੈਂਟਸ ਜਿਹੜੇ ਨੇ ਉਹਨਾਂ ਨੇ ਜੋੜ ਦਿੱਤੇ। ਹੁਣ ਕੀ ਕਿਹਾ ਜਾ ਰਿਹਾ ਕਿ ਹਾਂ ਵੀ ਜਿਹੜੇ ਕਿਸਾਨੀ ਸੰਘਰਸ਼ ਦਾ ਜਿਹੜਾ ਕਿਸਾਨ ਜਿਹੜਾ ਬੈਠਾ, ਉਹਨਾਂ ਕਰਕੇ ਦੇਸ਼ ਦੀ ਇਕੋਨਮੀ ਜਿਹੜੀ ਹੈ ਉਹਦੇ 'ਚ ਕਾਫੀ ਪ੍ਰੋਬਲਮ ਆ ਰਹੀ ਹੈ, ਕਾਫੀ ਨੁਕਸਾਨ ਹੋ ਰਿਹਾ ਦੇਸ਼ ਨੂੰ ਜੀ। ਬਈ ਬੰਦਾ ਆਪਣੇ ਪਹਿਲਾਂ ਕੀ ਬੋਲਦੇ ਹੁੰਦੇ, ਗਿਰਬਾਂ 'ਚ ਵਾਲਾ ਝਾਤੀ ਮਾਰੇ ਕਿ ਪਿਛਲੇ 6 ਸਾਲਾਂ ਤੋਂ ਤੁਸੀਂ ਕੀ ਕੀਤਾ। 6 ਸਾਲਾਂ ਤੋਂ ਜਿਹੜੀ ਭਾਰਤ ਦੀ ਜਿਹੜੀ GDP ਹੈ ਉਹ ਵਰਸਟ ਤੇ ਪਹੁੰਚੀ ਹੋਈ ਹੈ, -23। ਬਹੁਤ ਵੱਡਾ ਮੈਂ ਕਹਿੰਦਾ ਨੰਬਰ ਹੁੰਦਾ, -2-3 ਹੈ ਨਾ। -23 ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਜਿਹੜੀ GDP ਜਿਹੜੀ ਹੈ ਦੇਸ਼ ਦੀ ਹੈ, ਵਰਲਡ ਦੀ ਸਭ ਤੋਂ ਡਿੱਗੀ ਹੋਈ ਜਿਹੜੀ GDP ਸਾਡੇ ਦੇਸ਼ ਦੀ ਹੈ, ਉਹ 6 ਸਾਲਾਂ 'ਚ ਸਾਡੇ ਮਾਣਯੋਗ ਹੈ ਨਾ ਮਾਣਯੋਗ ਪ੍ਰਧਾਨ ਮੰਤਰੀ ਨੇ ਕੀਤੀ ਹੈ। ਤੇ ਜਦੋਂ 20 ਦਿਨ ਸਾਡੇ ਕਿਸਾਨ ਜਿਹੜੇ ਨੇ ਆਪਣੇ ਹੱਕ ਸੱਚ ਲਈ ਬੈਠੇ ਨੇ ਤੇ ਉਹਨਾਂ ਦੀ ਢਿੱਡੀ ਪੀੜ ਪੈ ਗਈ ਹੈ ਕਿ ਹਾਂ ਵੀ ਆ ਇੱਥੇ ਕਾਹਤੋਂ ਬਹਿ ਗਏ ਨੇ, ਹੈ ਨਾ। ਸੋ ਕਹਿਣ ਦਾ ਭਾਵ ਕਿ ਬਥੇਰੇ ਅਲੱਗ-ਅਲੱਗ ਐਲੀਮੈਂਟਸ ਦੇ ਜ਼ਰੀਏ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਉਸ ਨੂੰ ਦਬਾਉਣ ਦੀ, ਉਸ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਿਹੜੇ ਕਿਸਾਨ ਨੇ ਜਾਂ ਜਿਹੜੇ ਪੰਜਾਬੀ ਨੇ ਉਹ ਐ ਨਹੀਂ ਮੁੜੂਗੇ, ਉਹ ਤਾਂ ਹੱਕ ਲੈ ਕੇ ਮੁੜੂਗੇ।
ਮੋਹ ਜੀ ਕੱਲ ਵੀ ਮੈਂ ਗੱਲ ਸੁਣਾਈ ਸੀ ਤੁਹਾਨੂੰ ਕਿ ਸਾਡਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਠੰਡੇ ਬੁਰਜ ਵਰਗੀਆਂ ਬੜੀਆਂ ਲਸਾਨੀ ਸ਼ਹਾਦਤਾਂ ਨੇ ਤੇ ਜਦੋਂ ਤੁਸੀਂ ਉਹਨਾਂ ਛੋਟੇ-ਛੋਟੇ ਬੱਚਿਆਂ ਦੀਆਂ ਲਸਾਨੀ ਸ਼ਹਾਦਤਾਂ ਦੇਖਦੇ ਹੋ ਤਾਂ ਫਿਰ ਇਹ ਤਾਂ ਕੁਝ ਵੀ ਨਹੀਂ ਹੈਗਾ ਜੀ। ਹੁਣ ਸਾਡੇ ਉੱਥੇ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਡਟੇ ਹੋਏ ਨੇ, ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਵੀ ਹੋਏ ਨੇ, ਪਰ ਜਿਵੇਂ ਜਿਵੇਂ ਦੇਖੋ ਸਾਡਾ ਇਤਿਹਾਸ ਇਹ ਹੈ ਕਿ ਗੋਲੀਆਂ ਅਸੀਂ ਜਿਹੜੀਆਂ ਨੇ ਹਿੱਕਾਂ ਤੇ ਖਾਧੀਆਂ ਨੇ, ਪਰ ਉਸ ਤੋਂ ਬਾਅਦ ਵੀ ਸਾਡੇ ਹੌਸਲੇ ਬੁਲੰਦ ਹੁੰਦੇ ਗਏ। ਇਹ ਇਦਾਂ ਦੀ ਕੌਮ ਆ ਜਿਹੜੀ 1.25 ਲੱਖ ਨਾਲ ਲੜ ਸਕਦੀ ਹੈ, ਇੱਕ ਜਣਾ 1.25 ਲੱਖ ਨਾਲ ਲੜ ਸਕਦਾ ਹੈ। ਸੋ ਤੁਸੀਂ ਉਹਨਾਂ ਦੇ ਵਾਰਿਸ ਹੋ, ਅਕਾਲੀ ਫੂਲਾ ਸਿੰਘ ਹੁਣਾਂ ਦੇ ਵਾਰਿਸ ਹੋ, ਬੰਦਾ ਸਿੰਘ ਬਹਾਦਰ ਹੁਣਾਂ ਦੇ ਵਾਰਿਸ ਹੋ, ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਵਾਰਿਸ ਹੋ। ਸੋ ਅਡੋਲ ਰਹਿਣਾ ਤਾਂ ਜਿਹੜਾ ਹੈ ਉਹ ਬਣਦਾ ਹੈ ਸਾਡਾ, ਕਿਉਂਕਿ ਜਦੋਂ ਤੁਹਾਨੂੰ ਗੁੜਤੀ ਇੱਦਾਂ ਦੇ ਲੋਕਾਂ ਦੀ ਹੈ, ਤੁਹਾਡਾ ਜਿਹੜਾ ਕਹਿ ਲਓ ਕਿ ਇੱਕ ਸਰਮਾਇਆ ਤੁਹਾਡੇ ਕੋਲੇ ਉਹ ਇਤਿਹਾਸ ਵਾਲਾ ਹੈ। ਚਾਹੇ ਅਸੀਂ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਸੀਗਾ ਇੱਦਾਂ ਸੁੱਤੇ ਹੋਏ ਸੀਗੇ, ਸਾਡਾ ਨੌਜਵਾਨ ਇੱਦਾਂ ਲੱਗ ਰਿਹਾ ਸੀ ਕਿ ਯਾਰ ਇਹਨਾਂ ਨੂੰ ਕਿਸੇ ਨੇ ਭੰਗ ਦੀਆਂ ਗੋਲੀਆਂ ਦੇ ਦਿੱਤੀਆਂ ਜਾਂ ਕੋਈ ਬੇਹੋਸ਼ੀ ਦੇ ਟੀਕੇ ਲਾਏ ਆ, ਇਹ ਸੌਂ ਗਏ ਨੇ, ਸੁੰਨ ਕਰਕੇ ਰੱਖ ਦਿੱਤੇ ਸੀਗੇ। ਹੁਣ ਉਹ ਪੰਜਾਬ ਜਿਹੜਾ ਸਰਗਰਮ ਹੁੰਦਾ ਸੀਗਾ ਹਮੇਸ਼ਾ, ਉਹ ਬਿਲਕੁਲ ਫੋਰਫਰੰਟ ਤੇ ਖੜਾ ਆ। ਬਾਕੀ ਰਹੀ ਗੱਲ ਜਿਹੜੀ ਮਾਈਨਸ GDP ਦੀ ਆ 23 GDP ਤੁਸੀਂ ਜਿਹੜੀ ਕਹਿ ਰਹੇ ਹੋ, ਇਹ ਸੁਧਾਰ ਹੋ ਕੇ ਆਈ ਆ। ਜਿੱਦਣ GDP ਦੀ ਗੱਲ ਹੋਣ ਡਈ ਸੀ, ਮਿੰਟ ਦੀ ਇੱਕ ਰਿਪੋਰਟ ਆ, ਮਿੰਟ ਇੱਕ ਜਿਹੜੀ ਆ ਇਕਨੋਮੀ ਦੇ ਉੱਤੇ ਖਬਰਾਂ ਬਣਾਉਂਦੀ ਆ, ਉਹਨੇ ਕਰੋਨਾ ਤੋਂ ਥੋੜੇ ਜਿਹੇ ਪਹਿਲਾਂ ਵੀ ਕੱਢੀ ਸੀ, -28 ਉਦੋਂ ਸੀ। ਹੁਣ ਤੇ ਇਹਨਾਂ ਨੇ ਜਿਹੜਾ ਸਾਰਾ ਭਾਂਡਾ ਕਰੋਨਾ ਤੇ ਪੱਟ ਦਿੱਤਾ, ਪਰ ਉਹ ਦੇਖੋ ਹੁਣ ਥੋੜੇ ਜਿਹਾ ਸੁਧਰ ਕੇ 23 ਤੱਕ ਲੈ ਆਂਦੀ। ਤੁਸੀਂ ਇਹ ਗੱਲ ਸੁਣੀ ਹੋਣੀ, ਮੋਦੀ ਹੈ ਤਾਂ ਸੰਭਵ ਹੈ, ਮੋਦੀ ਹੈ ਤਾਂ ਫਿਰ ਇਹ ਗੱਲ ਵੀ ਹੋ ਸਕਦੀ ਹੈ, ਮੋਦੀ ਹੈ ਤਾਂ ਸਭ ਕੁਝ ਹੋ ਸਕਦਾ ਹੈ ਜੀ। ਉਸ ਤੋਂ ਇਲਾਵਾ ਹੁਣ ਖੈਰ ਸਾਹਿਬ ਇੱਕ ਹੋਰ ਗੱਲ ਕਰਦੀ ਹੈ ਕਿ ਜਿਹੜੇ ਸਾਡੇ ਭਾਰਤ ਦੇਸ਼ ਦੇ ਜਿਹੜੇ ਨੀਤੀ ਆਯੋਗ ਦੇ CEO ਨੇ ਯਾਨੀ ਕਿ ਅਮਿਤਾਭ ਕਾਂਤ, ਉਹਨਾਂ ਨੇ ਰੀਸੈਂਟਲੀ ਇੱਕ ਕੰਟਰੋਵਰਸੀਅਲ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਤਾਂ ਬਈ ਟੂ ਮਚ ਡੈਮੋਕ੍ਰੇਸੀ ਹੈ, ਹਨਾ, ਹੱਦ ਤੋਂ ਵੱਧ ਡੈਮੋਕ੍ਰੇਸੀ ਹੈ, ਹਨਾ। ਸੋ ਡੈਮੋਕ੍ਰੇਸੀ ਦੀ ਜਿਹੜੀ ਐਗਜ਼ਾਮਪਲ ਆ, ਆਪਾਂ ਉਹਨਾਂ ਦੇ ਉੱਪਰ ਝਾਤ ਮਾਰੀਏ ਤਾਂ ਵਾਕਈ ਜਦੋਂ 2019 ਤੋਂ 2020 ਵਾਰ ਸ਼ਿਫਟ ਹੋ ਰਹੇ ਸੀਗੇ, ਮੈਂ ਗੱਲ ਕਰ ਰਿਹਾ ਸੀਗਾ 2019 ਦੀ 31 ਦਸੰਬਰ ਨੂੰ, ਹਨਾ, ਜਦੋਂ ਆਪਾਂ ਨਵਾਂ ਸਾਲ ਮਨਾ ਰਹੇ ਸੀਗੇ, ਕਾਫੀ ਲੋਕਾਂ ਨੇ ਨਵਾਂ ਸਾਲ ਮਨਾਇਆ ਹੋਣਾ, ਪਰ ਉਸ ਟਾਈਮ ਸ਼ਹੀਨ ਬਾਗ ਦੇ ਵਿੱਚ ਵੱਡਾ ਸਾਰਾ ਪ੍ਰੋਟੈਸਟ ਚੱਲ ਰਿਹਾ ਸੀਗਾ ਕਿ ਹਾਂ ਵੀ ਜਿਹੜਾ ਸਿਟੀਜ਼ਨ ਅਮੈਂਡਮੈਂਟ ਜਿਹੜਾ ਬਿੱਲ ਲਿਆਂਦਾ ਸੀਗਾ ਉਹਦੇ ਅਗੇਂਸਟ ਕਾਫੀ ਸਾਰੇ ਲੋਕ ਧਰਨੇ ਤੇ ਬੈਠੇ ਸੀਗੇ, ਠੀਕ ਹੈ ਬਈ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਨੇ ਦੇਸ਼ ਦਰੋਹੀ ਕਹਿਤਾ ਜੀ, ਡੈਮੋਕ੍ਰੇਸੀ ਹੈ, ਠੀਕ ਹੈ। ਉਸ ਤੋਂ ਬਾਅਦ ਜੀ ਕਰੋਨਾ ਆ ਜਾਂਦਾ ਵਾ, ਤੁਸੀਂ ਭਾਰਤ ਕਰੋਨੇ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਕੇਸ ਸੀਗੇ, ਤੁਸੀਂ ਉਦੋਂ ਸੈਸ਼ਨ ਬੁਲਾ ਕੇ ਤੁਸੀਂ ਇਹ ਜਿਹੜਾ ਬਿੱਲ ਹੈ, ਅਮੈਂਡਮੈਂਟ ਬਿੱਲ ਜਿਹੜਾ ਹੈ ਆਪਣਾ ਕ੍ਰਿਸ਼ੀ ਕਾਨੂੰਨ ਦਾ, ਤੁਸੀਂ ਉਹ ਲਾਗੂ ਕਰ ਦਿੰਦੇ ਹੋ, ਬਿਨਾਂ ਵੋਟਿੰਗ ਦੇ ਤੁਸੀਂ ਉਸਨੂੰ ਪਾਸ ਕਰ ਦਿੰਦੇ ਹੋ, ਠੀਕ ਹੈ। ਫਿਰ ਜਦੋਂ ਕਿਸਾਨੀ ਜਿਹੜੇ ਬੈਠੇ ਨੇ, ਸੰਘਰਸ਼ ਤੇ ਬੈਠੇ ਨੇ, ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ। ਪਰ ਜਦੋਂ ਤੁਹਾਡਾ ਵਿੰਟਰ ਸੈਸ਼ਨ ਹੈ ਜਿਹੜਾ ਆਉਣ ਵਾਲਾ ਹੈ, ਤੁਸੀਂ ਨਾਲ ਹੀ ਕਹਿ ਦਿੰਦੇ ਹੋ ਕਿ ਹਾਂ ਬਈ ਅਸੀਂ ਹੁਣ ਵਿੰਟਰ ਸੈਸ਼ਨ ਨਹੀਂ ਸੱਦਣਾ, ਕਿਉਂ ਜੀ, ਕਰੋਨਾ ਵਾਇਰਸ ਬੜਾ ਜ਼ਿਆਦਾ ਵਾ। ਸੋ ਕੀ ਇਹ ਟੂ ਮਚ ਡੈਮੋਕ੍ਰੇਸੀ ਹੈ? देखो मैं पहला ही कह देता कि मोदी है तो संभव है, कुछ भी हो सकता है। बाकी जे गल की जाए, देखो जे टू मच डेमोक्रेसी कहते हैं, किहड़ा PM रात नूं 8 वजे आके कहंदा भाईओ और बहनों कल नूं नोट बंद हो जाने जी। आ डेमोक्रेसी वाला होवे ते इन्हां नूं फड़ के जिहड़ा है ना सारिਆਂ ਨੂੰ ਇਹੋ ਜਿਹੇ ਕੋਨੇ 'ਚ ਪਾ ਦੇਵੇ ਜਿੱਥੇ ਕੋਈ ਇਹਨਾਂ ਨੂੰ ਦੇਖੇ ਨਾ, है ना। जे टू मच डेमोक्रेसी तो नहीं हैगी, फिर उस तो बाद ਇੰਨੀਆਂ ਖੱਜਲ ਖੁਆਰੀਆਂ, ਇੰਨਾ ਕੁਝ ਹੋਇਆ, ਲੋਕੀ ਜਿਹੜੇ ਨੇ ਉਹ ਕਿਸੇ ਦੀ ਕੁੜੀ ਦਾ ਵਿਆਹ ਰੱਖਿਆ ਸੀਗਾ, ਮਤਲਬ ਇਹ ਟੂ ਮਚ ਡੈਮੋਕ੍ਰੇਸੀ ਵਾਲਾ ਤਾਂ ਹਾਲ ਹੀ ਨਹੀਂ ਹੋਇਆ ਉਦੋਂ। ਫਿਰ ਦੇਖੋ ਉਹ ਡਿਮੋਨੇਟਾਈਜੇਸ਼ਨ ਜਿਹੜੀ ਆ ਉਹ ਫੇਲ ਹੋ ਗਈ। ਉਦੋਂ ਬਿਆਨ ਆਉਂਦੇ ਸੀਗੇ, ਉਦੋਂ ਮੋਦੀ ਸਾਹਿਬ ਹੁਣੀ 8 ਵਜੇ TV ਦੇ ਉੱਤੇ ਆ ਕੇ ਬਿਆਨ ਕਹਿ ਕੇ, ਫਿਰ 2 ਦਿਨ ਬਾਅਦ ਇਹਨਾਂ ਨੇ ਹੋਰ ਪ੍ਰੈਸ ਕਾਨਫਰੰਸਾਂ, ਮਤਲਬ ਪ੍ਰੈਸ ਕਾਨਫਰੰਸ ਨਹੀਂ ਕਹਿ ਸਕਦੇ, ਜਿਹੜੀਆਂ ਇਹਨਾਂ ਨੇ ਸਪੀਚਾਂ ਦਿੱਤੀਆਂ ਨੇ, ਪ੍ਰੈਸ ਬਰੀਫ ਕੀਤਾ ਤੇ ਕਹਿੰਦੇ ਜੀ ਮੈਂ ਬੜੇ ਧੜਵਾਂਜੇ ਦੇ ਨਾਲ ਐ ਕਰਕੇ ਤਾਂ ਜੀ ਮੈਂ ਐ ਕਰ ਦਿੱਤਾ, ਮੈਨੇ 8 ਵਜੇ ਤੋਂ ਆ ਕਰ ਦਿੱਤਾ। ਪਰ ਤੁਸੀਂ ਦੇਖੋ ਕਿ ਜਦੋਂ ਫਿਰ ਉਹ ਇਕਨੋਮਿਸਟ ਜਿਹੜੇ ਇਹਨਾਂ ਨੇ ਖਰੀਦੇ ਹੋਏ ਇਕਨੋਮਿਸਟ ਸੀਗੇ, ਉਹ ਇਹ ਕਹਿ ਰਹੇ ਸੀ ਇਹਦਾ ਲੌਂਗ ਟਰਮ ਦੇ ਵਿੱਚ, ਯਾਨੀ ਕਿ ਲੰਬੇ ਸਮੇਂ ਬਾਅਦ ਸਾਨੂੰ ਅਸਰ ਪਤਾ ਲੱਗੂਗਾ। ਅੱਜ ਪਤਾ ਲੱਗਦਾ ਅਸਰ ਕੀ ਹੈ। ਫਿਰ ਦੇਖੋ ਜੀ ਇਹ ਕਹਿੰਦੇ ਸੀ ਜੀ 99% ਜਿਹੜਾ ਕਾਲਾ ਧਨ ਹੈ, ਯਾਨੀ ਕਿ ਰੋਲ ਬੈਕ ਮਨੀ ਆ, ਉਹ ਸਾਡੇ ਕੋਲੇ ਵਾਪਸ ਆ ਗਈ ਹੈ। ਤੇ ਜੇ ਰੋਲ ਬੈਕ ਮਨੀ 99% ਤੁਹਾਡੇ ਕੋਲੇ ਵਾਪਸ ਆ ਗਈ ਆ, ਤਾਂ ਫਿਰ ਤੁਹਾਡੇ ਦੌਰ ਫਿੱਟੇ ਮੂੰਹ ਆ, ਮਤਲਬ ਕਿ ਤੁਹਾਡੀ ਇਹ ਜਿਹੜੀ ਡਿਮੋਨੇਟਾਈਜੇਸ਼ਨ ਆ, ਇਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਤੁਹਾਨੂੰ, ਫੇਲ ਹੋਇਆ ਸਿਸਟਮ। ਫਿਰ ਦੇਖੋ ਸਿਸਟਮ ਫੇਲ ਹੋਣ ਤੋਂ ਬਾਅਦ ਨਾ ਹੀ ਤਾਂ ਇਹਨਾਂ ਦੇ ਕੋਈ ਜਿਹੜਾ ਹੈ ਆਪਾਂ ਕਹਿ ਲਈਏ ਕਿ ਕੋਈ ਬਿਆਨ ਆਇਆ, ਉਹੀ ਮੋਦੀ ਜਿਹੜਾ ਐ ਕਰਕੇ ਕਹਿੰਦਾ ਸੀ ਮੈਂ ਕਰ ਦਿੱਤਾ, ਉਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕੋਈ ਮੀਡੀਆ ਬਰੀਫ ਨਹੀਂ ਹੋਇਆ, ਕੋਈ ਸਟੇਟਮੈਂਟ ਨਹੀਂ ਆਈ, ਅੱਜ ਤੱਕ ਨਹੀਂ ਆਈ। ਤੁਸੀਂ ਦੇਖੋ ਇਹ ਫਿਰ ਟੂ ਮਚ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਜਾ ਕੇ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹਦੇ ਬਿਆਨਬਾਜ਼ੀਆਂ, ਤੁਸੀਂ ਉਹਦੇ ਜਿਹੜੇ ਆ ਇੱਕ ਤੁਸੀਂ ਰਿਸਪੌਂਸਿਬਲ ਜਵਾਬਦੇਹੀ। ਫਿਰ ਦੇਖੋ ਜਵਾਬਦੇਹੀ ਤੇ ਚਲੋ ਛੱਡੋ, ਦੂਰ ਦੀਆਂ ਗੱਲਾਂ ਆ, ਇਹ ਸਾਡੇ ਲੋਕ ਵੀ ਬਹੁਤ ਭੋਲੇ ਨੇ। ਇਹਨਾਂ ਨੇ ਅੱਜ ਤੱਕ ਕਿਹਾ ਜੀ ਨਹੀਂ ਜੋ ਮੋਦੀ ਕਰਦਾ ਹੈ ਜੀ ਉਹ ਚੰਗਾ ਕਰਦਾ, ਭਗਤਾਂ ਦੀ ਮੈਂ ਗੱਲ ਕਰ ਰਿਹਾ। ਹੁਣ ਫਿਰ ਭਗਤ ਜਿਹੜੇ ਨੇ, ਉਹ ਮੈਂ ਇੱਕ ਅੱਜ ਨਾ ਮੀਮ ਹੀ ਪੜ੍ਹ ਰਿਹਾ ਸੀ, ਕਿਤੇ ਲਿਖਿਆ ਜੀ, ਕਹਿੰਦੇ ਜੀ ਤੁਸੀਂ ਜੇ ਜਵਾਕਾਂ ਦਾ ਮਜ਼ਾਕ ਉਡਾਉਂਦੇ ਹੋ ਕਿ ਸੈਂਟਾ ਕਲੌਜ਼ ਆਊਗਾ ਤੁਹਾਡੇ ਲਈ ਆ ਲਿਆਊਗਾ, ਤੁਸੀਂ ਆਪਣਾ ਵੀ ਦੇਖ ਲਓ, ਤੁਸੀਂ ਵੀ ਮੋਦੀ ਤੋਂ ਇਹੀ ਆਸਾ ਲਾ ਕੇ ਬੈਠੇ ਹੋ ਕਿ ਅੱਛੇ ਦਿਨ ਆਏਗੇ। ਸੋ ਕਿਤੇ ਨਾ
ਕਿਤੇ ਦੇਖੋ ਇੱਕ ਰਿਸਪੌਂਸਿਬਿਲਿਟੀ ਬਣਦੀ ਆ, ਜੇ ਡਿਮੋਨੇਟਾਈਜੇਸ਼ਨ ਜਾਂ ਨੋਟਬੰਦੀ ਫੇਲ ਹੋਈ ਆ, ਕਿੰਨੇ ਲੋਕਾਂ ਦਾ ਨੁਕਸਾਨ ਹੋਇਆ, ਚਾਹੇ ਇੱਕ ਪਰਿਵਾਰ ਦਾ ਨੁਕਸਾਨ ਹੋਵੇ। ਹੁਣ ਫੋਰ ਐਗਜ਼ਾਮਪਲ ਜੇ ਕਿਸੇ ਦੇ ਘਰ ਦੇ ਵਿੱਚ ਜਿਹੜਾ ਹੈ ਉਹੀ ਤੁਹਾਨੂੰ ਉਹਨੂੰ ਚਾਹੀਦਾ ਸੀਗਾ, ਉਹਦੀ ਕੁੜੀ ਦਾ ਵਿਆਹ ਸੀਗਾ, ਮਤਲਬ ਤੇ ਤੁਸੀਂ ਉਹਨਾਂ ਤੋਂ ਪੁੱਛ ਕੇ ਕੀਤੀ ਡਿਮੋਨੇਟਾਈਜੇਸ਼ਨ, ਕਿਸੇ ਐਕਸਪਰਟ ਪੈਨਲ ਤੋਂ ਸਲਾਹ ਲਈ ਆ? ਇਹ ਡੈਮੋਕ੍ਰੇਸੀ ਆ। ਤੁਸੀਂ ਰਾਤ ਨੂੰ, ਡਿਕਟੇਟਰਸ਼ਿਪ ਤਾਂ ਹੈ ਨਹੀਂ ਇਹ ਕਿ ਤੁਸੀਂ ਬਿਨਾਂ ਉੱਠੇ ਰਾਤ ਨੂੰ ਜੀ ਮੈਂ ਤਾਂ ਫੈਸਲਾ ਲਿਆ ਸੀਗਾ ਕਾਲਾ ਧਨ ਵਾਪਸ ਆ ਜਾਊਗਾ, ਫਿਰ ਤੁਸੀਂ ਦਿਓ ਜੀ ਕਾਲਾ ਧਨ ਵਾਪਸ ਆਉਣ ਨੂੰ। ਮਿੰਟ ਦੀ ਰਿਪੋਰਟ ਹੈ ਇੱਕ ਹੋਰ ਆ, ਜਾਨੇ ਬਹੁਤ ਸਾਰੀਆਂ ਰਿਪੋਰਟਾਂ ਨੇ, ਉਹ ਕਹਿੰਦਾ ਜੀ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਦੂਸਰੀ ਜਦੋਂ ਪਾਰੀ ਇਹਨਾਂ ਦੀ ਚੱਲਦੀ ਹੈ, ਕਹਿੰਦਾ ਜੀ ਉਹ ਜਿਹੜੀ ਸਵਿਸ ਬੈਂਕ ਦੇ ਵਿੱਚ ਜਿਹੜੇ ਕਾਲਾ ਧਨ ਸੀਗਾ ਉਹ ਦੁੱਗਣਾ ਹੋ ਗਿਆ। ਕਿੱਥੇ ਜੀ ਕਹਿੰਦੇ ਸੀ ਅਸੀਂ ਤਿੱਗਣਾ ਉੱਥੇ ਰਹਿਣ ਹੀ ਨਹੀਂ ਦੇਣਾ, ਕੱਖ ਹੁੰਝਾ ਫੇਰ ਕੇ ਤੁਹਾਡੇ ਅਕਾਊਂਟਾਂ ਦੇ ਵਿੱਚ 15-15 ਲੱਖ ਰੁਪਈਆ ਆਉਣਾ, ਤੇ ਉਹ ਦੇਖੋ ਉੱਥੇ ਦੁੱਗਣਾ ਹੋ ਗਿਆ। ਉਹਦੇ ਲਈ ਕੌਣ ਰਿਸਪੌਂਸਿਬਲ ਆ? ਇਹ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋ ਰਹੀ। ਖੈਰ ਸਾਹਿਬ ਇੱਥੇ ਇੱਕ ਹੋਰ ਗੱਲ ਆ, ਰੀਸੈਂਟਲੀ ਰਿਪੋਰਟ ਆਈ ਸੀ ਕਿ ਹਾਂ ਵੀ ਜਿਹੜਾ ਸਵਿਸ ਬੈਂਕ ਵਿੱਚ ਜਿੰਨੇ ਵੀ ਖਾਤੇ ਨੇ ਵੀ ਉਹਨਾਂ ਨੇ ਜਿਹੜੇ ਡਿਟੇਲਸ ਨੇ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਹੈ, ਵੀ ਜੇ ਸਾਂਝੀ ਕੀਤੀ ਆ ਉਹ ਤੁਸੀਂ ਉਹਨੂੰ ਜਨਤਕ ਤੌਰ ਤੇ ਦਿਖਾ ਦਿਓ ਵੀ ਕਿਹੜਾ ਕਿਹੜਾ ਬੰਦਾ ਇਨਵੋਲਵ ਆ। ਬੇਸਿਕਲੀ ਇਹਨਾਂ ਦੇ ਆਪਣੇ ਹੀ ਬੰਦੇ ਇੰਨੇ ਇਨਵੋਲਵ ਨੇ ਕਿ ਹਾਂ ਵੀ ਇਹ ਚੁੱਪ ਹੋ ਕੇ ਬਹਿ ਗਏ ਨੇ। ਬੇਸਿਕਲੀ ਉਸ ਟਾਈਮ ਇਲੈਕਸ਼ਨ ਦਾ ਏਜੰਡਾ ਸੀਗਾ, ਪ੍ਰੋਪਾਗੈਂਡਾ ਸੀਗਾ, ਜੋ ਲੋਕਾਂ ਨੂੰ ਦਿਖਾਇਆ, ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ, 15 ਲੱਖ ਦਾ ਲਾਲਚ ਦਿਖਾਇਆ, ਅੱਛੇ ਦਿਨ ਦਿਖਾਏ, ਪੈਟਰੋਲ ਸਸਤਾ ਦਿਖਾਇਆ। ਪੈਟਰੋਲ ਦਾ ਰੇਟ ਤੁਸੀਂ ਦੇਖ ਲਓ, 100 ਰੁਪਏ ਤੱਕ ਜਿਹੜਾ ਰੇਟ ਹੈ ਉਹ ਜਾਣਦੇ ਆ ਤੇ ਕੋਈ ਵੀ ਨਹੀਂ ਬੋਲਣ ਦਿਆ। ਜਿਹੜੇ ਹਮਾਇਤੀ ਨੇ ਮੋਦੀ ਦੇ, ਜਦੋਂ ਓਪੋਜੀਸ਼ਨ ਵਿੱਚ ਸੀਗੇ, ਜਦੋਂ ਮਨਮੋਹਨ ਸਿੰਘ ਜਿਹੜੇ ਸੀਗੇ ਪ੍ਰਧਾਨ ਮੰਤਰੀ ਸੀਗੇ, ਉਦੋਂ ਥੋੜਾ ਜਿਹਾ ਰੇਟ ਵਧਿਆ ਸੀਗਾ ਪੈਟਰੋਲ ਦਾ, ਤੇ ਆ ਬਈ ਇਹਨਾਂ ਨੇ ਚੂੜੀਆਂ ਪਾ ਲਈਆਂ ਸੀਗੀਆਂ ਕਿ ਹਾਂ ਵੀ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਚੂੜੀਆਂ ਪਾ ਲਓ, ਤੁਹਾਡੇ ਕੋਲ ਨਹੀਂ ਜਿਹੜਾ ਦੇਸ਼ ਹੈ ਉਹ ਚੱਲਣ ਦਿਆ। ਤੇ ਹੁਣ 100 ਰੁਪਏ ਤੱਕ ਜਿਹੜਾ ਰੇਟ ਪਹੁੰਚ ਗਿਆ, ਤੇ ਜਿਹੜੇ ਹਮਾਇਤੀ ਨੇ ਉਹ ਚੁੱਪਚਾਪ ਬੈਠੇ ਨੇ, ਲੱਗਣ ਦਾ ਕਿ ਪਤਾ ਨਹੀਂ ਦੇਸ਼ ਦਾ ਕਿਹੜਾ ਭਲਾ ਹੋਣ ਦਿਆ। ਦੇਖੋ ਇਹ ਹਮਾਇਤੀ ਨਹੀਂ ਇਕੱਲੇ ਹੈਗੇ, ਇਹ ਸਾਰਾ ਡਾਇਸਪੋਰਾ ਜਿਹੜਾ ਆ ਉਹ ਇਦਾਂ ਦਾ ਹੀ ਹੋ ਗਿਆ। ਜੇ ਆਪਾਂ ਗੱਲ ਕਹਿ ਲਈਏ ਕਿ ਕੋਈ ਵੀ ਨਹੀਂ ਫੋਰਫਰੰਟ ਦੇ ਉੱਤੇ ਆ ਕੇ ਬੋਲਣਾ ਚਾਹੁੰਦਾ, ਜਿਹੜੇ ਬੋਲ ਰਹੇ ਨੇ ਵਿਚਾਰਿਆਂ ਉਹਨਾਂ ਦਾ ਹਾਲ ਵੀ ਬੁਰਾ ਹੋਣ ਡਿਆ। ਮੈਂ ਬਰਵਰਾ ਰਾਓ ਉਹਨਾਂ ਦੀ ਗੱਲ ਕਰਾਂ, ਬੁੱਧੀਜੀਵੀ ਉਹਨਾਂ ਦੀ ਗੱਲ ਕਰਾਂ, ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਪਾਇਆ। ਅੱਛਾ, ਇੱਥੇ ਗੱਲ ਦੇਖੋ ਕਿੱਦਾਂ ਟੁਕਦੀ ਹੈ। ਇੱਥੇ ਟੂ ਮਚ ਡੈਮੋਕ੍ਰੇਸੀ ਹੈ। ਜਿਹੜਾ ਬੰਦਾ ਬੋਲਦਾ ਪਿਆ, ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਹੈਗਾ ਵਾ, ਚਾਹੇ ਉਮਰ ਖਲੀਦ ਹੋਵੇ, ਚਾਹੇ ਡਾਕਟਰ ਕਫੀਲ ਖਾਨ ਹੋਵੇ, ਜਾਂ ਜਿੰਨੇ ਵੀ ਹੋਰ ਬੁੱਧੀਜੀਵ ਜਿਹੜੇ ਨੇ, ਉਹ ਅਗਰ ਦੇਸ਼ ਦੇ ਲਈ ਕਿਸੇ ਇੱਕ ਵਧੀਆ, ਮੈਂ ਕਹਿੰਦਾ ਇੱਕ ਅਦਾਰੇ ਨੂੰ ਰਿਪਰੈਜ਼ੈਂਟ ਕਰਕੇ ਆਪਣੀ ਆਵਾਜ਼ ਚੱਕਦੇ ਨੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ, ਤੇ ਉੱਥੇ ਤੁਹਾਡੀ ਸਟੇਟਮੈਂਟ ਆ ਰਹੀ ਹੈ ਕਿ ਹਾਂ ਵੀ ਦੇਸ਼ ਵਿੱਚ ਟੂ ਮਚ ਡੈਮੋਕ੍ਰੇਸੀ ਹੈ। ਦੇਖੋ ਉਹ ਟੂ ਮਚ ਤਾਂ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ, ਪਰ ਜਿਹੜੀ ਡੈਮੋਕ੍ਰੇਸੀ ਹੈਗੀ ਆ ਮਾੜੀ ਮੋਟੀ, ਜੇ ਇਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਉਹ ਵੀ ਨਹੀਂ ਬਚਣੀ ਹੈਗੀ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲਗਾਤਾਰ। ਆਪਾਂ ਕਹਿ ਰਹੇ ਕਿ ਦੇਖੋ ਪੈਟਰੋਲ ਜਿਹੜਾ ਹੈ ਉਹ 100 ਤੱਕ ਪਹੁੰਚ ਗਿਆ। ਮਤਲਬ ਆਮ ਬੰਦਾ ਜਿਹਨੂੰ ਇਹ ਕਹਿੰਦੇ ਇਹਨਾਂ ਦੇ ਜਿਹੜੇ ਲੀਡਰ ਕਹਿੰਦੇ ਆ ਜੀ, ਇੱਕ ਬੰਦਾ ਜਿਹੜਾ ਆ ਉਹਦਾ ਕਾਮਨ ਜਿਹੜਾ ਖਰਚਾ ਹੈ ਉਹ 5 ਰੁਪਏ ਆ ਦਿਨ ਦਾ। ਭਾਈ 5 ਰੁਪਏ ਦਿਨ ਦਾ ਮਤਲਬ ਤੁਸੀਂ ਕੀ ਬਿਨਾਂ ਸੋਚੇ ਜਿਹੜੀਆਂ ਗੱਲਾਂ ਕਹਿ ਰਹੇ ਹੋ? ਮਤਲਬ ਬਹੁਤ ਜਿੱਦਾਂ ਹਾਸੋਹੀਣੀ ਚੀਜ਼ਾਂ ਆ ਕਿ ਦੁਨੀਆ ਦੀ ਰਿਐਲਿਟੀ ਨਹੀਂ ਖਰੇ ਪਤਾ ਨਹੀਂ ਕੀ ਕਰਦੇ ਨੇ, ਜਾਂ ਫਿਰ ਇਹ ਹੈ ਕਿ ਐਵੇਂ ਹਵਾ ਦੇ ਵਿੱਚ ਗੱਲਾਂ ਕਰਦੇ ਰਹੇ। ਖੈਰ ਸਾਹਿਬ ਇਹਨਾਂ ਦੀ ਆਪਣੀ ਅਗਰ ਸੈਲਰੀ ਵੱਲ ਝਾਤੀ ਮਾਰੀ ਜਾਵੇ ਨਾ, ਤੇ ਇਹਨਾਂ ਦੇ ਐਕਸਪੈਂਸ ਸਾਰੇ ਫ੍ਰੀ ਹੁੰਦੇ ਨੇ, ਹਨਾ, ਆਣਾ ਜਾਣਾ ਫ੍ਰੀ ਹੁੰਦਾ ਸਭ ਕੁਝ, ਬਟ ਫਿਰ ਵੀ ਇਹਨਾਂ ਨੂੰ ਅਕੋਮੋਡੇਸ਼ਨ ਦੇ, ਇਹਨਾਂ ਦੇ ਆਉਣ ਜਾਣ ਦੇ ਇਹਨਾਂ ਨੂੰ ਪੈਸੇ ਮਿਲਦੇ ਨੇ, ਭੱਤੇ ਮਿਲਦੇ ਨੇ, ਰਿਟਾਇਰ ਵੀ ਹੋ ਜਾਣ ਤਾਂ ਵੀ ਇਹਨਾਂ ਨੂੰ ਇੰਨੇ ਸਾਰੇ ਪੈਸੇ ਮਿਲਦੇ ਨੇ। ਸੋ ਜੋ ਟੂ ਮਚ ਡੈਮੋਕ੍ਰੇਸੀ ਦਾ ਪਤਾ ਨਹੀਂ, ਪਰ ਟੂ ਮਚ ਨੌਨਸੈਂਸ ਜਿਹੜੀ ਗੱਲ ਹੈ ਉਹ ਇਸ ਵਕਤ ਜਿਹੜੀ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਨੇ, ਜਿਹੜੇ ਆਗੂ ਨੇ, ਉਹ ਕਰ ਰਹੇ ਨੇ। ਸੋ ਅਗਲੀ ਗੱਲ ਕਰਦੇ ਹਾਂ ਅਸੀਂ ਦੁਬਾਰਾ, ਆਪਾਂ ਖੇਤੀਬਾੜੀ ਬਿੱਲ ਦੇ ਉੱਪਰ ਗੱਲ ਕਰਦੇ ਹਾਂ ਕਿ ਜਿਹੜੇ ਹੁਣ ਦੇਸ਼ ਦੇ ਜਿਹੜੇ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ, ਜਿਹੜੇ ਅਲੱਗ-ਅਲੱਗ ਡਿਫੈਂਸ ਫੋਰਸਿਸ ਵਿੱਚ ਤਾਇਨਾਤ ਨੇ, ਚਾਹੇ ਉਹ ਇੰਡੀਅਨ ਆਰਮੀ ਹੋਵੇ, ਇੰਡੀਅਨ 에ਅਰਫੋਰਸ ਹੋਵੇ, ਚਾਹੇ ਇੰਡੀਅਨ ਨੇਵਲ ਹੋਵੇ, ਹਨਾ। ਸੋ ਉਹਨਾਂ ਨੇ ਆਪਣੇ ਜਿੱਥੇ ਸਰਵਿਸ ਕਰ ਰਹੇ ਨੇ, ਉੱਥੇ ਉਹਨਾਂ ਤਖਤੀਆਂ ਫੜ ਕੇ ਫੋਟੋ ਖਿੱਚ ਕੇ ਉਹਨਾਂ ਨੇ ਪਾਈਆਂ ਨੇ ਕਿ ਬਈ ਮੈਂ ਕਿਸਾਨ ਦਾ ਪੋਤਾ, ਤੇ ਜੇਕਰ ਮੇਰਾ ਪਿਓ ਟੈਰਰਿਸਟ ਹੈ ਤਾਂ ਮੈਂ ਵੀ ਇੱਕ ਟੈਰਰਿਸਟ ਆ। ਦੱਸੋ, ਇੱਕ ਨੌਜਵਾਨ ਜੋ ਕਿ ਸੈਨਾ ਜਿਹੜਾ ਬਾਰਡਰ ਤੇ ਖੜਾ ਹੈ, ਜਿਹੜਾ ਕਿ ਆਪਣੀ ਮੈਂ ਕਹਿੰਦਾ ਡਿਊਟੀ ਨਿਭਾ ਰਿਹਾ ਹੈ, ਦੇਸ਼ ਦੀ ਰਖਵਾਲੀ ਕਰ ਰਿਹਾ, ਉਹਨੂੰ ਇਹ ਕੰਮ ਕਰਨਾ ਪੈ ਰਿਹਾ। ਕਿਉਂ? ਕਿਉਂਕਿ ਦੇਸ਼ ਦੀ ਮੌਜੂਦਾ ਜਿਹੜੀ ਸਰਕਾਰ ਹੈ, ਉਹ ਜਿਹੜੇ ਮੰਦਭਾਗੀਆਂ ਜਿਹੜੇ ਕਮੈਂਟਸ ਨੇ ਉਹ ਸਾਡੇ ਕਿਸਾਨਾਂ ਦੇ ਉੱਪਰ ਰੈਗੂਲਰ ਕਰ ਰਹੇ ਨੇ, ਐਂਡ ਉਹਨਾਂ ਨੂੰ ਆਪਣੇ ਸਰਵਿਸ ਦੇ ਦੌਰਾਨ ਇਹ ਚੀਜ਼ ਕਰਕੇ ਦਿਖਾਣੀ ਪੈ ਰਹੀ ਹੈ। ਬਹੁਤ ਸ਼ੇਮਫੁਲ ਗੱਲ ਹੈ। ਦੇਖੋ ਗੱਲ ਇੱਕ ਇਹ ਵੀ ਸ਼ੇਮਫੁਲ ਤਾਂ ਹੈਗੀ ਆ, ਜੇ ਕਹੀਏ ਕਿ ਸ਼ਰਮ ਤਾਂ ਆਉਣੀ ਚਾਹੀਦੀ ਆ, ਪਰ ਉਹ ਸ਼ਰਮ ਮੰਨਣ ਤਾਂ ਆਉਂਦੀ ਆ। ਤੁਸੀਂ ਕਹਿੰਦੇ ਨੇ ਕਿ ਕਈ ਵਾਰੀ ਉਹ ਆਪਾਂ ਕਹਾਵਤ ਸੁਣਦੇ ਹੁੰਦੇ ਆ ਕਿ ਬਸ਼ਰਮਾਂ ਦੀ ਡੁੱਲ ਗਈ ਦਾਲ, ਤੇ ਉਹ ਕਹਿੰਦੇ ਜੀ ਅਸੀਂ ਡੋਲ ਕੇ ਖਾਂਦੇ ਹੁੰਦੇ ਆ। ਹੁਣ ਗੱਲ ਇਦਾਂ ਦੀ ਆ, ਕਿਸੇ ਗੱਲ ਦੀ ਸ਼ਰਮ ਤੇ ਮੰਨਣੀ ਨਹੀਂ। ਦੂਸਰੇ ਬੰਨੇ ਦੇਖੋ, ਤੁਸੀਂ ਕਹਿ ਰਹੇ ਹੋ ਕਿ ਆਹ ਜਿਹੜੀ ਗੱਲ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉੱਥੇ ਖੜ ਕੇ ਇਹਨਾਂ ਨੂੰ ਤਖਤੀਆਂ ਦਿਖਾਉਂਦੇ ਨੇ। ਤਖਤੀਆਂ ਦਿਖਾਉਣ ਦੀ ਤੇ ਗੱਲ ਤੁਸੀਂ ਛੱਡੋ, ਜਦੋਂ NRC ਸੀਗਾ ਜਾਂ ਜਿਹਨੂੰ ਆਪਾਂ CAA ਕਹਿੰਦੇ ਆ, ਉਦੋਂ ਉਹ ਲੋਕ ਜਿਹੜੇ ਵਿਚਾਰੇ ਜਿਨ੍ਹਾਂ ਦੇ ਮੁੰਡੇ, ਜਿਨ੍ਹਾਂ ਦੇ ਮਤਲਬ ਬਹੁਤ ਜਿਹੜੇ ਵੱਡੇ ਅਹੁਦਿਆਂ ਤੇ ਵੀ ਰਹਿ ਚੁੱਕੇ ਸੀਗੇ, ਇਹਨਾਂ ਦੀ ਦੇਸ਼ ਦੀ ਰੱਖਿਆ ਆਪਣੇ ਦੀ ਕਰਕੇ ਆਏ ਨੇ, ਉਹਨਾਂ ਨੂੰ ਬਾਅਦ 'ਚ ਇਹਨਾਂ ਨੇ ਕਹਿ ਦਿੱਤਾ ਜੀ ਭਾਈ ਤੁਸੀਂ ਤਾਂ ਪ੍ਰੂਫ ਲਿਆਓ,
ਤੁਸੀਂ ਕਿਹੜੇ ਦੇਸ਼ 'ਚ ਰਹਿੰਦੇ ਆ, ਤੁਹਾਡੇ ਦਾਦੇ ਮਾਪੇ ਜਿਹੜੇ ਨੇ ਉਹਨਾਂ ਦੇ ਤਾਂ ਪ੍ਰੂਫ ਹੀ ਹੈ ਨਹੀਂ ਭਾਈ। ਜੇ ਪ੍ਰੂਫ ਹੈ ਨਹੀਂ ਤਾਂ ਫਿਰ ਤੁਸੀਂ ਉਹਨਾਂ ਨੂੰ ਫੌਜ 'ਚ ਕਿਵੇਂ ਲੈ ਲਿਆ? ਇੰਨੇ ਸਾਲ ਉਹ ਕੰਮ ਵੀ ਕਰ ਰਹੇ ਨੇ ਔਰ ਕਈ ਹੱਲੇ ਵੀ ਕਰ ਰਹੇ ਨੇ। ਤੇ ਤੁਸੀਂ ਹਾਸੋਹੀਣੀਆਂ ਗੱਲਾਂ ਬਹੁਤ ਨੇ, ਜੇ ਕਹਿੰਨੂੰ ਕਿ ਲੂਪ ਹੋਲ ਜਿਹੜੇ ਨੇ ਉਹ ਇਸ ਗਵਰਨਮੈਂਟ ਦੇ ਵਿੱਚ ਬਹੁਤ ਨੇ। ਸੋ ਦੂਸਰੇ ਬੰਨੇ ਜੇ ਬਾਕੀ ਗੱਲ ਇਹ ਹੈ ਬਈ, ਮੈਨੂੰ ਨਾ ਜਦੋਂ ਹੁਣ ਦੇਖੋ ਅੱਜ ਇਹ ਗੱਲ ਤੁਸੀਂ ਜਦੋਂ ਉਦੋਂ ਵੀ ਕਰ ਰਹੇ ਹੋ ਕਿ ਮੈਨੂੰ 84 ਯਾਦ ਆਉਂਦੀ ਹੈ। 84 ਦੇ ਟਾਈਮ ਜਿਹੜਾ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਤੇ ਜਦੋਂ ਸਾਡੇ ਸਿੱਖ ਭਾਈ ਦੇ ਜਿਹੜੇ ਸੀਗੇ ਉਹ ਵੀ ਸੀਗੇ ਫੌਜ ਦੇ ਵਿੱਚ, ਤੇ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਜ਼ਮੀਰ ਤੇ ਜਾਗਦਾ ਸੀਗਾ, ਜਿਹੜੇ ਤੇ ਹੁਣ ਦੇਖੋ ਜਿਵੇਂ ਬਹੁਤ ਸਾਰੇ ਜ਼ਮੀਰ ਜਾਗਦੇ ਵਾਲੇ ਹੱਲੇ ਵੀ ਬੈਠੇ ਨੇ, ਉਹ ਕਈ ਵਿਦੇਸ਼ਾਂ ਤੋਂ ਫਲਾਈਟਾਂ ਫੜ ਕੇ ਆ ਗਏ ਨੇ, ਉਹ ਗੱਲ ਜ਼ਮੀਰ ਦੀ ਆ। ਉਹ ਜਿਨ੍ਹਾਂ ਦਾ ਜ਼ਮੀਰ ਜਾਗਦਾ ਸੀ ਕਹਿੰਦੇ ਜੀ ਅਸੀਂ ਤਾਂ ਕਿਤੇ ਹਮਲਾ ਨਹੀਂ ਕਰਨਾ, ਤੁਸੀਂ ਕਰਨਾ ਤੇ ਕਰ ਲਓ। ਪਰ ਬਹੁਤ ਸਾਰੇ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਮਨ ਬੰਨ੍ਹ ਕੇ ਹਮਲੇ ਕੀਤੇ ਨੇ। ਸੋ ਕਿਤੇ ਨਾ ਕਿਤੇ ਹੁਣ ਹਾਈ ਟਾਈਮ ਆ, ਦੇਖੋ ਉਸ ਘਟਨਾ ਤੋਂ ਅਸੀਂ ਸਿੱਖ ਲਿਆ ਨਾ। ਚਾਹ ਮੈਂ ਨਹੀਂ ਕਹਿ ਰਿਹਾ ਕਿ ਗਲਤੀ ਕਿਹਦੀ ਸੀ, ਗਲਤੀ ਕਿਉਂ ਹੋਈ, ਮੈਂ ਇਤਿਹਾਸ ਦੇ ਵਿੱਚ ਨਹੀਂ ਜਾ ਰਿਹਾ। ਗਲਤੀ ਕਿਸੇ ਦੇ ਵੀ ਹੋਵੇ, ਪਰ ਤੁਸੀਂ ਕਿਸੇ ਦੇ ਧਾਰਮਿਕ ਸਥਲ ਦੇ ਉੱਤੇ ਜਿਹੜਾ ਜਾ ਕੇ ਹਮਲਾ ਨਹੀਂ ਕਰ ਸਕਦੇ, ਉਹਨੂੰ ਏਦਾਂ ਡਾ ਨਹੀਂ ਸਕਦੇ ਹੈ, ਕਿਉਂਕਿ ਉਹ ਇਕੱਲੇ ਬੰਦੇ ਦੀ ਜਿਹੜੀ ਆ ਜਿਹਦੇ ਨਾਲ ਤੁਹਾਡਾ ਵਾਬਸਤਾ ਹੈ ਉਹਦੀ ਫੀਲਿੰਗਾਂ ਨਹੀਂ ਹੈਗੀਆਂ ਉਹਦੇ ਨਾਲ, ਪੂਰੇ ਪੰਜਾਬ ਦੀਆਂ ਫੀਲਿੰਗਾਂ ਨੇ। ਜਦੋਂ ਢੱਠਿਆ ਸਾਡਾ ਦਰਬਾਰ ਸਾਹਿਬ ਤੇ ਚੀਕਾਂ ਨਿਕਲ ਕੇ ਲੋਕ ਘਰਾਂ ਦੇ ਵਿੱਚ ਰੋ ਰਹੇ ਨੇ। ਮਤਲਬ ਅੱਜ ਵੀ ਸਾਡੀਆਂ ਜੇ ਅਸੀਂ ਬਜ਼ੁਰਗ ਸਾਡੇ ਗੱਲ ਕਰਦੇ ਨੇ ਤੇ ਸਾਡੀਆਂ ਬੀਬੀਆਂ, ਸਾਡੇ ਜਿਹੜੇ ਬਜ਼ੁਰਗ ਨੇ, ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਵੀ ਭਾਈ ਉੱਥੇ ਇਹ ਨਹੀਂ ਸੀ ਹੋਣਾ ਚਾਹੀਦਾ। ਬਾਕੀ ਇਹ ਜੋ ਕਰਦੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਕਿਤੇ ਨਾ ਮਾਫ ਕਰ ਦਿੰਦੇ। ਸੋ ਉਹ ਉਸ ਚੀਜ਼ ਤੋਂ ਅਸੀਂ ਜਿਹੜਾ ਆ ਹੁਣ ਸਿੱਖ ਲਿਆ ਵੀ ਭਾਈ ਚਾਹੇ ਜੇ ਗਲਤ ਹੋਣ ਡਿਆ ਤੇ ਹੁਣ ਅਸੀਂ ਸਾਥ ਨਹੀਂ ਦੇਣਾ। ਇਹ ਮੇਰੇ ਲੱਗਦਾ ਸਾਡੇ ਨੌਜਵਾਨ ਜਿਹੜੇ ਨੇ ਗਰਮ ਖੂਨ ਹੈ, ਜੋਸ਼ੀਲਾ ਆ, ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ। ਸੋ ਖੈਰ ਸਾਹਿਬ, ਇੱਥੇ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਆਰਮੀ ਤੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਸਰਵਿਸ ਦੇ ਰਹੇ ਨੇ ਤੇ ਐਂਡ ਆਹ ਕੰਮ ਕਰ ਰਹੇ ਨੇ। ਸੇਮ ਟਾਈਮ ਤੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਕੀ ਕਰ ਰਹੇ ਨੇ, 1971 ਵਿੱਚ ਜਿਹੜੇ ਸਾਡੇ ਫੌਜੀ ਜਿਹੜੇ ਨੇ ਉਹ ਸ਼ਹੀਦ ਜਿਹੜੇ ਹੋਏ ਸਨ, ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਰਹੇ ਨੇ। ਸੋ ਮਤਲਬ ਤੁਸੀਂ ਇੱਕ ਬੰਦੇ ਦੀ ਜੇਕਰ ਕਦਰ ਕਰਨੀ ਆ ਤਾਂ ਜਦੋਂ ਉਹ ਮਰ ਜਾਵੇ, ਜਦੋਂ ਸ਼ਹੀਦ ਹੋ ਜੇ, ਤੁਸੀਂ ਉਦੋਂ ਉਹਦਾ ਗੁਣ ਗਾਣਾ। ਜਿਹੜਾ ਬੰਦਾ ਮੌਜੂਦਾ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਹਨਾ, ਜੈ ਜਵਾਨ ਜੈ ਕਿਸਾਨ, ਜਿੰਨੀ ਇੱਜ਼ਤ ਤੁਸੀਂ ਜਵਾਨ ਦੀ ਕਰ ਰਹੇ ਹੋ ਉਨੀ ਤੁਸੀਂ ਕਿਸਾਨ ਦੀ ਕਰੋ। ਠੀਕ ਹੈ ਨਾ, ਬੰਦਾ ਤੇ ਆਹੀ ਆ। ਠੀਕ ਹੈ, ਜੇ ਇੱਕ ਬੰਦਾ ਸਾਡੀ ਰੱਖਿਆ ਕਰ ਰਿਹਾ ਤੇ ਇੱਕ ਬੰਦਾ ਸਾਨੂੰ ਖਿਲਾ ਰਿਹਾ ਵਾ ਹਨਾ, ਦੋਵਾਂ ਦੀ ਇਕੁਅਲ ਜਿਹੜੀ ਹੈ ਰਿਸਪੈਕਟ ਹੋਣੀ ਚਾਹੀਦੀ ਸਾਡੇ ਦੇਸ਼ ਦੇ ਵਿੱਚ। ਤੁਸੀਂ ਇੱਕ ਬੰਦੇ ਦੀ ਇੱਜ਼ਤ ਕਰੀ ਜਾ ਰਹੇ ਹੋ, ਉਹ ਵੀ ਚੱਜ ਨਾਲ ਨਹੀਂ ਕਰਦੇ ਪਏ, ਕਿਉਂਕਿ ਜਿਵੇਂ ਫੌਜੀਆਂ ਨੇ ਕਿਹਾ ਕਿ ਹਾਂ ਵੀ ਸਾਡੇ ਬਾਪ ਦਾਦਾ ਉਹ ਨੇ ਕਿਸਾਨ ਨੇ ਤੇ ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹੀ ਜਾਂਦੇ ਹੋ। ਸੋ ਇੱਥੇ ਜਿਹੜਾ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਹਰ ਵਕਤ ਇੱਕ ਤਬਕੇ ਨੂੰ ਨਾ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਹਾਂ ਵੀ ਮੈਂ ਇਸ ਕਮਿਊਨਿਟੀ ਨੂੰ ਖੁਸ਼ ਕਰ ਲਵਾਂ, ਮੈਂ ਉਸ ਭਾਈਚਾਰੇ ਨੂੰ ਖੁਸ਼ ਕਰ ਲਵਾਂ ਹਨਾ, ਕਿ ਹਾਂ ਵੀ ਮੈਂ ਆਪਣੀ ਜਿਹੜੀ ਸੀਟ ਹੈ ਉਹ ਪੱਕੀ ਕਰ ਰੱਖਾਂ। ਪਰ ਜਨਾਬ ਜਿਹੜੇ ਹਰਕਤਾਂ ਜਿਹੜੇ ਕਰ ਰਹੇ ਨੇ, ਸੀਟ ਦਾ ਪਤਾ ਨਹੀਂ, ਮੈਂ ਕਹਿੰਦਾ ਜਿਹੜੀ ਇੱਜ਼ਤ ਜਿਹੜੀ ਉਹਨਾਂ ਨੇ ਗਵਾਈ ਹੈ ਨਾ ਪੂਰੀ ਦੁਨੀਆ ਦੇ ਵਿੱਚ, ਉਹ ਦੁਬਾਰਾ ਇਹਨਾਂ ਨੂੰ ਨਹੀਂ ਮਿਲ ਸਕਦੀ। ਦੇਖੋ ਗੱਲ ਹੈਗੀ ਹੈ ਇੱਦਾਂ ਕਿ ਪੋਲਿਟਿਕਸ ਜਿਹੜੀ ਹੈ ਉਹ ਬਹੁਤ ਮਾੜੀ ਹੈ। ਰਾਜਨੀਤੀ ਜਿਹੜੀ ਹੈ ਉਹ ਕਦੀ ਕਿਸੇ ਦਾ ਜਿਹੜੀ ਆਪਾਂ ਕਹਿ ਲਈਏ ਕਿ ਕੁਰਬਾਨੀ ਹੈ ਉਹਨੂੰ ਸੀਰੀਅਸਲੀ ਤਰੀਕੇ ਦੇ ਨਾਲ ਨਹੀਂ ਕਰਦੀ। ਉਹਨੂੰ ਹੁੰਦਾ ਕਿ ਮੇਰੀ ਪੋਲੀਟੀਕਲ ਮਾਈਲੇਜ ਮਿਲ ਜਾਵੇ। ਜਿੱਦਾਂ ਅਸੀਂ ਗੱਲ ਕਰ ਰਹੇ ਸੀ ਕਿ ਲੋਕ ਧਰਨਾ ਜਿਹੜਾ ਸਾਡਾ ਲੱਗਿਆ ਹੋਇਆ ਉਹਦੇ ਵਿੱਚ ਉਹ ਵੀ ਪੋਲੀਟੀਕਲ ਮਾਈਲੇਜ ਬਹੁਤ ਲੋਕਾਂ ਨੇ ਲੈਣੀ ਹੈ। ਪਰ ਚਲੋ ਕੋਈ ਗੱਲ ਨਹੀਂ, ਚੰਗੀ ਮਾਈਲੇਜ ਲੈਣ, ਕਿਉਂਕਿ ਦੇਸ਼ ਵੀ ਚਲਾਉਣਾ ਭਾਈ। ਪੋਲੀਟੀਕਲ ਹਰ ਬੰਦਾ ਪੋਲੀਟੀਕਲ ਹੁੰਦਾ ਹੈ, ਤੁਸੀਂ ਪੋਲੀਟੀਕਲ ਆ, ਮੈਂ ਪੋਲੀਟੀਕਲ ਆ, ਪਰ ਇੰਨਾ ਡਿੱਗ ਕੇ ਪੋਲੀਟੀਕਲ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਨਾ, ਉਹ ਕਿਤੇ ਨਾ ਕਿਤੇ ਬਹੁਤ ਗੰਦਾ ਲੱਗ ਰਿਹਾ। ਦੂਸਰੇ ਬੰਨੇ ਇਹ ਗੱਲ ਜਿਹੜੀ ਹੈ, ਦੇਖੋ ਆਪਾਂ ਇਹ ਕਹਿ ਲਈਏ ਕਿ ਪੁਲਵਾਮਾ ਦੇ ਵਿੱਚ ਐਡਾ ਵੱਡਾ ਹਾਦਸਾ ਹੋਇਆ, ਅੱਜ ਤੱਕ ਸਾਨੂੰ ਪਤਾ ਲੱਗਾ ਕਿ ਕੇਸ ਨੂੰ ਰਿਪੋਰਟ ਆਈ ਆ ਕਿ ਉੱਥੇ ਐਡਾ RDX ਕਿੱਥੋਂ ਆਇਆ। ਇਹਨਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅੱਜ ਤੋਂ ਕਹਿ ਰਹੇ ਨੇ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ, ਉਧਰ ਇਹਨਾਂ ਦੀਆਂ ਏਜੰਸੀਆਂ ਸੁੱਤੀਆਂ ਹੋਈਆਂ ਸੀਗੀਆਂ। ਐਡਾ ਦੇਖੋ, ਪਹਿਲੀ ਗੱਲ ਤੇ ਐਡੀ ਜਿਹੜੀ ਤੁਸੀਂ ਟੁਕੜੀ ਮੂਵ ਕਰਨੀ ਆ, ਪਹਿਲੀ ਗੱਲ ਤੇ ਇੰਨਾ ਟੁਕੜੀ ਤੁਸੀਂ ਫੌਜ ਦੀ ਮੂਵ ਕਰ ਹੀ ਨਹੀਂ ਸਕਦੇ। ਤੁਹਾਨੂੰ ਪਤਾ ਹੈ ਕਿ ਉਹ ਸੀਰੀਅਸ ਇੱਕ ਉਸ ਏਰੀਆ ਦੇ ਉੱਤੇ ਕੰਮ ਕਰ ਰਹੇ ਨੇ ਜਿੱਥੇ ਕੁਝ ਵੀ ਹੋ ਸਕਦਾ ਹੈ। ਐਂਡ ਉੱਥੇ ਸਾਡੇ ਬਹੁਤ ਸਾਰੇ ਮਿੱਤਰ ਦੋਸਤ ਜਿਹੜੇ ਨੇ ਉਸ ਏਰੀਆ ਦੇ ਨਾਲ ਰਹਿੰਦੇ ਨੇ, ਉਹ ਦੱਸਦੇ ਕਿ ਜੇ ਉੱਥੇ ਕੋਈ ਦਿਨੇ ਬੰਦਾ ਵੜ ਜਾਂਦਾ ਸੀ ਉਸ ਕੈਂਟ ਏਰੀਆ ਦੇ ਵਿੱਚ ਤਾਂ ਉਹ ਖਬਰ ਬਣ ਜਾਂਦੀ ਸੀਗੀ, ਤੇ ਰਾਤ ਨੂੰ ਤਾਂ ਤੁਸੀਂ ਕਹੋ ਕਿ ਦੂਰ ਦੂਰ ਤੱਕ ਉੱਥੇ ਕੋਈ ਵੜ ਹੀ ਨਹੀਂ ਸਕਦਾ। ਔਰ ਅੱਜ ਤੱਕ ਸਾਡੇ ਕੋਲੇ ਮੋਹਿਤ ਜੀ ਕੋਈ ਵੀ ਉਸ ਤਰੀਕੇ ਦੀ ਰਿਪੋਰਟ ਨਹੀਂ ਹੈ ਕਿ ਕਿੱਦਾਂ ਆਇਆ, ਕਿਉਂ ਆਇਆ, ਕਿਸ ਤਰੀਕੇ ਨਾਲ ਹੋਇਆ। ਮਤਲਬ ਗੋਦੀ ਮੀਡੀਆ ਦੇਖ ਲਓ ਇੱਥੇ ਤੱਕ ਗਿਰ ਗਿਆ। ਜੇ ਤੁਸੀਂ ਰਿਪੋਰਟ ਕਰਨੀ ਆ, ਜੇ ਤੁਸੀਂ ਡੈਪਥ ਰਿਪੋਰਟ ਕਰਨੀ ਆ, ਤੁਸੀਂ ਉੱਥੇ ਕਰੋ ਜਾ ਕੇ, ਪਤਾ ਲੱਗੋ ਫਿਰ ਰਿਸਪੌਂਸਿਬਲ ਕੌਣ ਸੀਗਾ। ਹਾਲੇ ਤੱਕ ਰਿਸਪੌਂਸਿਬਿਲਿਟੀ ਨਹੀਂ ਲਈ ਇਹਨਾਂ ਨੇ ਕਿਸੇ ਨੇ ਕਿ ਬਹੁਤ ਵੱਡੀ ਗਲਤੀ ਹੋਈ ਆ, ਅਸੀਂ ਆਹ ਕਰ ਲਾਂਗੇ, ਜੋ ਕਰ ਲਾਂਗੇ। ਕਿਤੇ ਨਾ ਕਿਤੇ ਹਾਸੋਹੀਣੀ ਗੱਲਾਂ, ਚਾਹੇ ਇਹਨਾਂ ਲਈ 100 150 ਕੁਰਬਾਨ ਹੋ ਜਾਵੇ, ਚਾਹੇ 100 ਕੁਰਬਾਨ ਹੋ ਜਾਵੇ, 200 ਕੁਰਬਾਨ ਹੋ ਜਾਵੇ, ਕਿਉਂਕਿ ਇਹ ਪਲਾਂਟ ਆ। ਕਿਉਂਕਿ ਇਹ ਕਹਿੰਦੇ ਜੀ ਸਿੰਘਾਸਨ ਦੇ ਉੱਤੇ ਤਾਂ ਅਸੀਂ ਪਤਾ ਨਹੀਂ ਕੀ ਵਾਰ ਦਿੱਤਾ ਆ, ਇਹ ਤਾਂ ਫਿਰ ਜਿਹੜੀ ਹੈ ਛੋਟੀ ਜੀ ਇੱਕ ਛੋਟਾ ਜਿਹਾ ਨੰਬਰ ਆ ਜੀ। ਸੋ ਜਿਹੜੀਆਂ ਹੋਰ ਵੀ ਜਿਹੜੀ ਗੱਲਾਂ ਬਾਤਾਂ ਨੇ ਪ੍ਰੋਗਰਾਮ ਵਿੱਚ ਹੁੰਦੀਆਂ ਰਹਿਣਗੀਆਂ। ਫਿਲਹਾਲ ਸਮਾਂ ਅੱਜ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਤੁਸੀਂ ਵੇਖਦੇ ਰਹੋ ਪ੍ਰੋਗਰਾਮ ਅਖਬਾਰਨਾਮਾ। ਭਾਵੇਂ ਤੁਸੀਂ ਕਰਾਉਣੀ ਹੋਵੇ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਜਾਂ ਫਿਰ ਮੈਡੀਕੇਅਰ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਇੱਕੋ ਇੱਕ ਨਾਂ ਯਾਦ ਰੱਖੋ, ਇੰਦਰਜੀਤ ਸਿੰਘ ਮਾਨ।
ਇਹਨਾਂ ਨੂੰ ਲੰਮੇ ਸਮੇਂ ਦਾ ਤਜਰਬਾ ਹੈ। ਸਹੀ ਸਲਾਹ ਲੈਣ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਭੁੱਲਣਾ ਨਹੀਂ, ਓਬਾਮਾ ਕੇਅਰ ਪਲਾਨ ਅਕਤੂਬਰ ਵਿੱਚ ਆਲਰੇਡੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ਇਹ ਇੰਸ਼ੋਰੈਂਸ ਅਗਲੇ ਸਾਲ ਲਈ ਜਲਦ ਤੋਂ ਜਲਦ ਰਿਨਿਊ ਕਰਾਓ। ਤੁਹਾਨੂੰ ਇਹਨਾਂ ਦੇ ਆਫਿਸ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਫੋਨ ਤੇ ਸਰਵਿਸ ਲਓ। 916 900 2000 530 927 5777 916 900 2000 और 530 927 5777। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਖੈਰ ਸਾਹਿਬ, ਜੇਕਰ ਹੁਣ ਦੁਬਾਰਾ ਫਿਰ ਆਪਾਂ ਕਿਸਾਨੀ ਜਿਹੜਾ ਹੈ ਸੰਘਰਸ਼ ਹੈ ਜਿਹੜੀ ਗੱਲ ਕਰੀਏ ਤਾਂ ਇੱਕ ਖਬਰ ਆਈ ਪਿੱਛੇ ਜੀ ਕਿ ਹਾਂ ਬਈ ਜਿਹੜੀ IRCTC ਹੈ ਹਨਾ, ਜਿਹੜੀ ਭਾਰਤੀ ਜਿਹੜੀ ਰੇਲਵੇ ਦੀ ਜਿਹੜੀ ਇੱਕ ਵੈਬਸਾਈਟ ਹੈ ਹਨਾ, ਉਹਨਾਂ ਦੀ ਈਮੇਲ ਵੱਲੋਂ 20 ਲੱਖ ਤੋਂ ਵੱਧ ਜਿਹੜੀਆਂ ਨੇ ਮੇਲਸ ਭੇਜੀਆਂ ਗਈਆਂ ਜੀ, ਵਲੰਟੀਅਰ ਮੇਲਸ ਨੇ ਹਨਾ, ਲੋਕਾਂ ਨੂੰ ਮੇਲਸ ਭੇਜੀਆਂ ਗਈਆਂ ਜਿਸ ਵਿੱਚ ਦੱਸਿਆ ਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਮਾਣਯੋਗ ਹਨਾ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਅੱਜ ਤੱਕ ਸਿੱਖਾਂ ਲਈ ਕੀ ਕੀਤਾ, ਪੰਜਾਬ ਦੇ ਲਈ ਕੀ ਕੀਤਾ। ਹੁਣ ਦੱਸੋ ਤੁਸੀਂ ਕਿਹਨੂੰ ਕਿਹੜਾ ਨਾਮ ਤੁਸੀਂ ਯੂਜ਼ ਕਰ ਰਹੇ ਹੋ ਹਨਾ? ਭਾਰਤੀ ਰੇਲ, ਜੋ ਕਿ ਸਾਡੇ ਸਾਰਿਆਂ ਦੀ ਭਾਰਤੀ ਰੇਲ, ਤੁਸੀਂ ਉਹ ਵੀ ਜਿਹੜੇ ਪਬਲਿਕ ਸੈਕਟਰ ਹੈ ਤੁਸੀਂ ਉਹਨੂੰ ਵੀ ਆਪਣੇ ਪੋਲੀਟੀਕਲ ਏਜੰਡੇ ਦੇ ਲਈ ਹਨਾ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ। ਮਤਲਬ ਤੁਹਾਨੂੰ ਕਿੱਥੋਂ ਤੱਕ ਡਿੱਗਣ ਦੀ, ਕਿੱਥੋਂ ਤੱਕ ਜਾਣ ਦੀ ਤੁਹਾਨੂੰ ਲੋੜ ਪੈ ਰਹੀ ਹੈ। ਕਿਉਂ? ਕਿਉਂਕਿ ਜਿਹੜਾ ਤੁਹਾਡਾ ਕੰਮ ਹੈ ਉਹ ਵਾਕਈ ਗਲਤ ਹੀ ਹੈ। ਹੁਣ ਤੁਸੀਂ ਅਲੱਗ-ਅਲੱਗ ਚੀਜ਼ਾਂ ਦਾ ਸਹਾਰਾ ਲੈ ਰਹੇ ਹੋ ਹਨਾ, ਜਿਵੇਂ ਕਿ ਮੈਂ ਅੱਜ ਗੱਲ ਕੀਤੀ ਹਨਾ, ਤੁਸੀਂ 1971 ਦੇ ਸ਼ਹੀਦਾਂ ਨੂੰ ਨਮਨ ਕਰ ਰਹੇ ਹੋ, ਤੁਸੀਂ ਗੁਜਰਾਤ ਵਿੱਚ ਜਾ ਕੇ ਉੱਥੇ ਜੀ ਕੋਈ ਨਵਾਂ ਪਲਾਂਟ ਹੈ ਉਹਦੀ ਇਨੈਗੂਰੇਸ਼ਨ ਕਰ ਰਹੇ ਹੋ, ਕਦੀ ਕੁਛ ਕਰ ਰਹੇ ਹੋ, ਉੱਥੇ ਕਿਸਾਨਾਂ ਨੂੰ ਮਿਲ ਰਹੇ, ਕੁਛ ਕਰ ਰਹੇ ਹੋ। ਪਰ ਜਿਹੜਾ ਬੰਦਾ ਇਸ ਵਕਤ ਦਰਦ 'ਚ ਬੈਠਾ ਵਾ ਹਨਾ, ਤੁਸੀਂ ਉਹਦੇ ਕੋਲ ਨਹੀਂ ਜਾ ਰਹੇ। 3600 ਡਰਾਮੇ ਤੁਹਾਡੇ ਕੋਲ ਹੋ ਰਹੇ ਨੇ, ਪਰ ਜਿਹੜੀ ਬਣਦੀ ਗੱਲ ਆ ਜੋ ਤੁਹਾਨੂੰ ਕਰਨੀ ਚਾਹੀਦੀ ਆ, ਤੁਸੀਂ ਪ੍ਰਧਾਨ ਮੰਤਰੀ ਹੋ, ਤੁਹਾਡੇ ਕੋਲ ਉਹ ਨਹੀਂ ਹੋ ਰਹੀ। ਨਮਨ ਕਰੋ, ਖੁੱਲ੍ਹ ਕੇ ਕਰੋ, ਸਾਨੂੰ ਕੋਈ ਮਤਲਬ ਨਹੀਂ, ਕੋਈ ਕਿਸੇ ਦੇ ਨਾਲ ਖਦਸ਼ਾ ਨਹੀਂ। ਉਹਨਾਂ ਨੇ ਦੇਸ਼ ਤੋਂ ਜਾਨਾਂ ਵਾਰੀਆਂ, ਸਾਡੇ ਲਈ ਉਹ ਬੜੇ ਮਹਾਨ ਨੇ, ਪੂਜਨੀਏ ਨੇ ਜੀ। ਪਰ ਦੂਸਰੇ ਬੰਨੇ ਤੁਹਾਡਾ ਹੀ ਇਹ ਨਾਰਾ, ਤੁਸੀਂ ਇਹ ਨਾਰੇ ਨੂੰ ਮਜ਼ਬੂਤ ਕਰਨ ਦੇ ਲਈ ਗੱਲ ਕਰ ਰਹੇ ਹੋ, ਔਰ ਤੁਹਾਡਾ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੈ ਕਿਸਾਨ ਤੇ ਜੈ ਜਵਾਨ। ਦੇਖੋ, ਜਵਾਨ ਵੀ ਉਸ ਲਾਈਨ ਦੇ ਵਿੱਚ ਹੈ ਤੇ ਕਿਸਾਨ ਵੀ ਉਸ ਲਾਈਨ ਦੇ ਵਿੱਚ ਹੈ। ਸੋ ਜੇ ਤੁਹਾਡੇ ਦਰ ਦੇ ਉੱਤੇ ਆ ਕੇ ਕੋਈ ਬੈਠਾ ਹੋਇਆ ਨਾ, ਤੇ ਤੁਹਾਡੀ ਪ੍ਰਾਇੋਰਟੀ ਜਿਹੜੀ ਆ ਉਹ ਫਿਲਹਾਲ ਉਸ ਮਸਲੇ ਨੂੰ ਹੱਲ ਕਰਨੀ ਹੋਣੀ ਚਾਹੀਦੀ ਹੈ। ਐਵੇਂ ਹੁੰਦਾ ਨਾ ਕਿ ਇੱਕ ਪ੍ਰੇਮੀ ਪ੍ਰੇਮਿਕਾ ਹੁੰਦੇ ਆ, ਕਈ ਵਾਰੀ ਜਿਹੜਾ ਮੁੰਡਾ ਹੁੰਦਾ ਜਾਂ ਜਿਹੜਾ ਜ਼ਿਆਦਾ ਪਿਆਰ ਕਰਦਾ ਹੁੰਦਾ ਨਾ, ਕਿ ਉਹ ਬੰਦੇ ਉਹਦੀ ਵਿਚਾਰੇ ਦੀ ਗਲਤੀ ਵੀ ਨਾ ਹੋਵੇ, ਗਲਤੀ ਉਹਦੀ ਹੋਵੇ ਜਿਹੜਾ ਘੱਟ ਪਿਆਰ ਕਰਦਾ ਹੋਵੇ ਨਾ, ਤੇ ਉਹ ਫਿਰ ਰੁੱਸਿਆ ਵੀ ਫਿਰਦਾ ਹੁੰਦਾ ਤੇ ਗੱਲਾਂ ਗੁੱਲਾਂ ਕਹਿਣ ਲਈ ਦੂਸਰੇ ਬੰਦਿਆਂ ਨੂੰ ਵੀ ਦੱਸਦਾ ਹੁੰਦਾ ਕਿ ਮੈਂ ਨਹੀਂ। ਹੁਣ ਗੱਲ ਇੱਥੇ ਇਦਾਂ ਆ ਕਿ ਮੋਦੀ ਸਾਹਿਬ ਹੁਣੀ ਆਪ ਤਾਂ ਸਿੱਧੇ ਕੋਈ ਗੱਲ ਨਹੀਂ ਕੀਤੀ, ਕੋਈ ਪ੍ਰੈਸ ਕਾਨਫਰੰਸ ਨਹੀਂ, ਕੋਈ ਪ੍ਰੈਸ ਬਰੀਫ ਨਹੀਂ। ਜਦੋਂ ਕਿਤੇ ਕਿਸੇ ਹੋਰ ਫੰਕਸ਼ਨ ਤੇ ਜਾਂਦੇ ਐਵੇਂ ਤੁੱਕਾ ਜਿਹਾ ਲਾ ਕੇ ਆ ਜਾਂਦੇ ਵੀ ਆਹ ਗੱਲ ਕਹਿਣ ਨੇ। ਉਸ ਦਿਨ ਇਹਨਾਂ ਨੇ ਜਿਹੜਾ ਵਰਚੁਅਲ ਇਨੋਗ੍ਰੇਸ਼ਨ ਕੀਤਾ ਪਾਰਲੀਮੈਂਟ ਬਿਲਡਿੰਗ ਦਾ, ਉਸ ਦਿਨ ਵੀ ਇਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਦੇ ਲਈ ਜਿਹੜਾ ਹੈ ਪੁਰਾਣੇ ਕਾਨੂੰਨਾਂ ਨੂੰ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਇਵਨ ਕੱਲ ਵੀ ਫੇਰ ਉਹਨਾਂ ਨੇ ਕੱਲ ਵੀ ਇਹਨਾਂ ਨੇ ਕਸ਼ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਬਈ ਅਸੀਂ ਤਾਂ, ਜੇ ਤੁਸੀਂ ਦੁੱਧ ਜਾਂ ਮੱਝ ਵਾਲੀ ਗੱਲ ਉਹਨਾਂ ਨੇ ਕੀਤੀ ਆ, ਭਾਈ ਜੇ ਤੁਸੀਂ ਕਹਿਣਾ ਹੀ ਚਾਹੁੰਦੇ ਹੋ ਤਾਂ ਡਾਇਰੈਕਟ ਕਿਉਂ ਕਹਿ ਰਹੇ ਹੋ? ਕਹੋ ਡਾਇਰੈਕਟ। ਹੁਣ ਕਿਉਂ ਨਹੀਂ ਮਨ ਦੀ ਬਾਤ ਕਰ ਰਹੇ? ਮਨ ਦੀ ਬਾਤ ਕਿਉਂ? ਤੁਸੀਂ ਉੱਥੇ ਤੁਹਾਡੇ ਲਾਗੇ ਮੁੱਢ ਬੈਠੇ ਨੇ, ਤੁਸੀਂ ਇੱਕ ਪ੍ਰੈਸ ਕਾਨਫਰੰਸ ਬੁਲਾਓ ਜਾਂ ਫਿਰ ਇੱਕ ਆਪਦੀ ਜਿੱਦਾਂ ਤੁਹਾਨੂੰ ਸੈੱਟ ਲੱਗਦਾ ਮੇਕਅਪ ਮੂਪ ਕਰਕੇ ਬਹਿ ਜਾਓ ਤੇ ਤੁਸੀਂ ਕਹੋ ਵੀ ਮੇਰਾ ਬਟਨ ਨੱਪ ਦਿਓ ਰਿਕਾਰਡਿੰਗ ਵਾਲਾ, ਜਿੱਦਾਂ ਹੁਣ ਅਸੀਂ ਕਰਦੇ ਆ ਉਦਾਂ ਇੱਕ ਰਿਕਾਰਡਿੰਗ ਕਰਕੇ ਭੇਜ ਦਿਓ ਵੀ ਮੇਰੀ ਆਹ ਗੱਲ ਆ। ਹੁਣ ਤੁਸੀਂ ਗੱਲ ਕਿਸੇ ਹੋਰ ਨਾਲ ਕਰ ਰਹੇ ਆ, ਸੁਣਾ ਕਿਸੇ ਹੋਰ ਨੂੰ ਰਹੇ ਆ, ਇਹ ਗੱਲ ਬਹੁਤ ਮਾੜੀ ਆ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਤੁਸੀਂ ਇਦਾਂ ਲੱਗ ਰਿਹਾ ਕਿ ਤੁਸੀਂ ਫਿਰ ਸੀਰੀਅਸ ਨਹੀਂ ਉਸ ਮੁੱਦੇ ਨੂੰ ਲੈ ਰਹੇ। ਔਰ ਜਿਹੜਾ ਕਿ ਸਾਨੂੰ ਲਗਾਤਾਰ ਲੱਗ ਰਿਹਾ, ਔਰ ਸਾਡੇ ਲਈ ਇਹ ਬਹੁਤ ਚੁਭਦਾ ਹੈ ਕਿ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਉਹ ਇਸ ਇਸ਼ੂ ਨੂੰ ਸੀਰੀਅਸ ਨਹੀਂ ਲੈ ਰਿਹਾ। ਜੀ ਵਾਕਈ ਸੀਰੀਅਸ ਨਹੀਂ ਲੈ ਰਿਹਾ। ਜਿਹੜਾ ਕਿਸਾਨੀ ਜਿਹੜਾ ਸੰਘਰਸ਼ ਹੈ ਉਹ 21ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ। ਜਿਹੜਾ ਕਿਸਾਨੀ ਸੰਘਰਸ਼ ਉਹ ਲਗਾਤਾਰ ਤੇਜ਼ ਹੁੰਦਾ ਜਾ ਰਿਹਾ। ਹਜ਼ਾਰਾਂ ਉਹ ਜਿਹੜੀਆਂ ਟਰਾਲੀਆਂ ਨੇ, ਜਿਹੜਾ ਹਜ਼ਾਰਾਂ ਲੱਖਾਂ ਲੋਕ ਹੈ ਔਰ ਕੂਚ ਕਰ ਰਿਹਾ ਦਿੱਲੀ ਵੱਲ। ਹਾਲੇ ਵੀ ਕਾਫੀ ਸਾਰਾ ਜਿਹੜਾ ਬਾਰਡਰ ਹੈ ਉਹ ਸੀਲ ਕਰ ਦਿੱਤਾ ਗਿਆ। ਗੱਲ ਕਰੀ ਸਿੰਘੂ ਬਾਰਡਰ ਜਿਹੜਾ ਹੈ 15 ਤੋਂ ਲੈ ਕੇ 20 ਕਿਲੋਮੀਟਰ ਤੱਕ ਜਿਹੜਾ ਆਲਾ ਦੁਆਲਾ ਹੈ ਉਹ ਘਿਰ ਚੁੱਕਿਆ ਹੈ। ਕਾਫੀ ਸਾਰੇ ਪੰਜਾਬੀ ਉੱਥੇ ਪੂਰਾ ਪ੍ਰੋਪਰ ਵਸ ਚੁੱਕੇ ਨੇ। ਇਸ ਤੋਂ ਇਲਾਵਾ ਨਾਲ ਦਾ ਟਿਕਰੀ ਬਾਰਡਰ ਹੈ। ਅੱਜ ਦਿੱਲੀ ਨੋਇਡਾ ਬਾਰਡਰ ਵੀ ਜਿਹੜਾ ਹੈ ਪੂਰਾ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜਾ ਦਿੱਲੀ ਜੈਪੁਰ ਹਾਈਵੇ ਉਹ ਵੀ ਬੰਦ ਕਰ ਦਿੱਤਾ ਗਿਆ। ਸੋ ਜਿਹੜਾ ਕਿਸਾਨੀ ਜਿਹੜਾ ਮੈਂ ਕਹਿੰਦਾ ਜਿਹੜੇ ਆਵਾਜ਼ ਹੈ ਉਹ ਹੋਰ ਬੁਲੰਦ ਹੁੰਦੀ ਜਾ ਰਹੀ ਹੈ। ਇੱਕ ਪੂਰਾ ਮਾਸ ਉੱਥੇ ਜਿਹੜਾ ਹੈ ਕਿੰਨਾ ਵੱਡਾ ਜਿਹੜਾ ਗਿਣਤੀ ਸਾਡੀ ਜਿਹੜੀ ਪੰਜਾਬੀਆਂ ਦੀ ਹੈ, ਹਰਿਆਣੇ ਦੇ ਜਿਹੜੇ ਕਿਸਾਨ ਨੇ ਉੱਥੇ ਪਹੁੰਚ ਚੁੱਕੀ ਹੈ। ਸੋ ਮੈਂ ਕਹਿੰਦਾ ਜਿਹੜੇ ਡਰੋਨ ਸ਼ੋਟ ਸਾਡੇ ਸਾਹਮਣੇ ਆ ਰਹੇ ਨੇ ਉਸ ਵਿੱਚ ਵੇਖ ਕੇ ਇੱਕ ਪ੍ਰਾਊਡ ਵੀ ਫੀਲ ਹੋ ਰਿਹਾ ਹੈ ਨਾ ਕਿ ਸਾਡੇ ਜਿਹੜੇ ਕਿੰਨੇ ਲੋਕਾਂ 'ਚ ਮੈਂ ਕਹਿੰਦਾ ਭਾਈਚਾਰਾ ਕਿੰਨਾ ਮਜ਼ਬੂਤ, ਇੱਕ ਦੂਜੇ ਦੀ ਦਰਦ ਸਮਝਦੇ ਪਿਆ। ਪਰ ਉੱਥੇ ਦੁੱਖ ਵੀ ਬੜਾ ਲੱਗ ਰਿਹਾ ਕਿ ਹਾਂ ਵੀ ਇੰਨੀ ਠੰਡ ਦੇ ਵਿੱਚ ਜਾਂ ਆਪਣੀ ਆਵਾਜ਼ ਨੂੰ ਸੁਣਾਉਣ ਦੇ ਲਈ ਉਹਨਾਂ ਨੂੰ ਕੀ ਕੁਝ ਜਿਹੜਾ ਹੈ ਉਹ ਕਰਨਾ ਪੈ ਰਿਹਾ।
ਖੈਰ ਸਾਹਿਬ ਅਗਲੀ ਹੁਣ ਗੱਲ ਕਰੀਏ ਕਿ ਜਿਹੜੇ ਸੰਨੀ ਦਿਓਲ ਨੇ ਹਨਾ, ਜਿਹਨਾਂ ਨੇ ਕੁਝ ਵੀ ਨਹੀਂ ਕੀਤਾ ਹਨਾ, ਸਿੰਪਲੀ ਮੈਂ ਕਹਿੰਦਾ ਪਹਿਲਾਂ ਇਮੋਸ਼ਨ ਕਰਕੇ ਲੋਕਾਂ ਕੋ ਵੋਟ ਜਿੱਤ ਗਈ, ਉੱਥੋਂ ਦੇ MP ਬਣ ਗਏ, ਠੀਕ ਹੈ। ਉਸ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਕੋਈ ਆਵਾਜ਼ ਨਹੀਂ ਚੱਕੀ, ਬੈਠੇ ਬਿਠਾਏ ਇਹਨਾਂ ਨੂੰ ਕਰੋਨਾ ਹੋ ਗਿਆ, ਤੇ ਲੋ ਜੀ ਅੱਜ ਇਹਨਾਂ ਨੂੰ ਹੈ ਜਿਹੜੀ ਵਾਈ ਸਿਕਿਉਰਿਟੀ ਮਿਲ ਗਈ ਹੈ। ਸ਼ਾਇਦ ਕੋਈ ਜਿਹੜੀ ਇਨਫੋਰਮੇਸ਼ਨ ਹੈ ਉਹਨਾਂ ਨੂੰ ਸੀਕ੍ਰੇਟ ਜਿਹੜੀ ਏਜੰਸੀ ਉੱਥੋਂ ਮਿਲੀ ਹੋਵੇਗੀ ਕਿ ਹਾਂ ਵੀ ਸ਼ਾਇਦ ਇਹਨਾਂ ਨੂੰ ਕੋਈ ਖਤਰਾ ਹੋ ਸਕਦਾ ਹੈ। ਭਾਈ ਖਤਰਾ ਕਿਉਂ ਨਾ ਹੋਵੇ ਹਨਾ, ਕੋਈ ਚੱਜ ਦੀ ਕੋਈ ਗੱਲ ਕੀਤੀ ਹੋਵੇ, ਕਿਸਾਨਾਂ ਦੀ ਹਮਾਇਤ ਕੀਤੀ ਹੋਵੇ, ਤਾਂ ਮੈਂ ਕਹਿੰਦਾ ਪੰਜਾਬੀ ਜਿਹੜਾ ਮੋਰੇ ਖੜ ਜਾਣ, ਕੋਈ ਉਹਨਾਂ ਨੂੰ ਕੋਈ ਬਾਉਂਸਰ ਦੀ ਕੋਈ ਪੁਲਿਸ ਦੀ ਲੋੜ ਨਾ ਪਵੇ ਜੇ ਇਹਨਾਂ ਨੇ ਕੋਈ ਚੱਜ ਦੀ ਗੱਲ ਕੀਤੀ ਹੋਵੇ। ਦੇਖੋ ਖਤਰਾ ਤਾਂ ਉਹਨਾਂ ਨੂੰ ਹੋਣਾ ਕਰੋਨਾ ਤੋਂ। ਰਾਤ ਨੂੰ ਪਾਰਟੀਆਂ ਪੂਟੀਆਂ ਕਰਦੇ ਆ, ਕਿਤੇ ਖਾਂਦੇ ਪੀਂਦੇ ਆ ਇਕੱਠੇ, ਉਸ ਲਈ ਵਾਈ ਸਿਕਿਉਰਿਟੀ ਲਾਈ ਹੋਣੀ ਵੀ ਭਾਈ ਤੂੰ ਕਿਤੇ ਨਿਕਲਣਾ ਨਹੀਂ, ਤੂੰ ਬੈਠੇ ਬਿਠਾਏ ਸਾਨੂੰ ਜੱਬ ਪਾ ਦਿੰਨਾ। ਹੁਣ ਦੇਖੋ ਜੇ ਕੰਗਣਾ ਨੂੰ Z ਮਿਲ ਸਕਦੀ ਹੈ ਤੇ ਫਿਰ ਇਹਨੂੰ ਵਾਈ ਮਿਲਣੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਕਿਹੜੇ ਕੁਛ ਨਹੀਂ ਸਵਾਰਦੇ ਉਹ ਇਦਾਂ ਦੇ ਖਰਚੇ ਤੇ ਵਧਾਉਂਦੇ ਹੀ ਆ, ਨਾਲੇ ਅਗਲਿਆਂ ਦਾ VIP ਬੰਦਾ ਬਾਈ, ਹੁਣ ਲੋਇਲਟੀ ਵੀ ਪ੍ਰੂਵ ਕੀਤੀ ਆ, ਹੁਣ ਇੰਨਾ ਕੁ ਤਾਂ ਮਾਣ ਸਨਮਾਨ ਜਿਹੜਾ ਹੈ ਉਹ ਬਣਦਾ ਆ। ਬਾਕੀ ਪੰਜਾਬੀ ਤੇ ਦਾ ਮਾਣ ਸਨਮਾਨ ਹੁਣ ਚੰਗੀ ਤਰ੍ਹਾਂ ਕਰ ਰਹੇ ਨੇ, ਆਏ ਦਿਨ ਅਸੀਂ ਦੇਖਦੇ ਹਾਂ ਵੀ ਕਿੱਦਾਂ ਗੱਲਾਂ ਹੋਣ ਡਈਆਂ ਨੇ, ਕਿੱਦਾਂ ਲੋਕੀ ਇਹਦੇ ਹਾਰ ਪਾਉਣ ਡੇ ਨੇ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਕੰਗਣਾ ਦਾ ਮਾਣ ਸਨਮਾਨ ਕੀਤਾ, ਇਹਦਾ ਵੀ ਉਨਾ ਹੀ ਕਰਨਾ ਆ। ਸੋ ਖੈਰ ਸਾਹਿਬ ਹੁਣ ਅਸੀਂ ਲਾਸਟ ਅਗਲੀ ਜਿਹੜੀ ਗੱਲ ਹੈ ਉਹ ਕਰਦੇ ਹਾਂ ਕਿਸਾਨੀ ਅੰਦੋਲਨ ਬਾਰੇ ਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਬਹੁਤ ਵੱਡਾ ਫੈਸਲਾ ਆ ਸਕਦਾ ਹੈ, ਕਿਉਂਕਿ ਜਿਹੜੀ ਪਟੀਸ਼ਨ ਪਾਈ ਗਈ ਸੀ ਕਿ ਹਾਂ ਵੀ ਜਿਹੜਾ ਉੱਥੋਂ ਦਾ ਜਿਹੜਾ ਰੋਡ ਹੈ ਬਲੌਕ ਕੀਤਾ ਗਿਆ, ਕਰੋਨਾ ਵਾਇਰਸ ਦਾ ਹਵਾਲਾ ਦਿੱਤਾ ਗਿਆ, ਉਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਬਿਜ਼ਨਸ ਹੈ ਉਸ ਦਾ ਹਵਾਲਾ ਦਿੱਤਾ ਗਿਆ। ਸੋ ਸੁਪਰੀਮ ਕੋਰਟ ਵਿੱਚ ਜਿਹੜਾ ਅੱਜ ਬਹੁਤ ਵੱਡਾ ਫੈਸਲਾ ਆਉਣ ਵਾਲਾ ਹੈ ਕਿ ਹਾਂ ਵੀ ਉਸ ਪੂਰੇ ਮੂਵਮੈਂਟ ਦੇ ਬਾਰੇ, ਜੋ ਕਿ ਹਾਲੇ ਤੱਕ ਸੁਪਰੀਮ ਕੋਰਟ ਨੇ ਕੁਝ ਵੀ ਵੱਡਾ ਬਿਆਨ ਹਾਲੇ ਤੱਕ ਨਹੀਂ ਦਿੱਤਾ, ਜੋ ਕਿ ਦੇਣਾ ਚਾਹੀਦਾ ਸੀਗਾ ਬਿਨਾਂ ਪਟੀਸ਼ਨ ਕਿਸੇ ਦੇ ਪਾਏ ਹਨਾ ਜੀ, ਬਿਨਾਂ ਕਿਸੇ ਦੇ ਪਟੀਸ਼ਨ ਪਾਏ, ਬਿਨਾਂ ਕਿਸੇ ਦੇ ਸਵਾਲ ਚੁੱਕੇ ਸੁਪਰੀਮ ਕੋਰਟ ਨੂੰ ਪਹਿਲੇ 3-4 ਦਿਨਾਂ ਵਿੱਚ ਹੀ ਜਾਂ ਪਹਿਲੇ 2 ਦਿਨਾਂ ਵਿੱਚ ਹੀ ਆਪਣੀ ਜਿਹੜੀ ਇੰਟਰਫੇਰੈਂਸ ਹੈ ਉਹ ਦੇਣੀ ਚਾਹੀਦੀ ਸੀਗੀ, ਜੋ ਕਿ ਹਜੇ ਤੱਕ ਨਹੀਂ ਦਿੱਤੀ ਗਈ। ਸੋ ਅੱਜ ਕੀ ਫੈਸਲਾ ਆਉਂਦਾ ਹੈ, ਹੱਕ ਵਿੱਚ ਆਉਂਦਾ ਹੈ ਜਾਂ ਫਿਰ ਅਗੇਂਸਟ ਆਉਂਦਾ ਹੈ, ਉਹ ਚਲੋ ਸਾਨੂੰ ਸ਼ਾਮ ਤੱਕ ਜਿਹੜੀ ਹੈ ਅਪਡੇਟ ਮਿਲ ਜਾਵੇਗੀ, ਪਰ ਜਿਹੜਾ ਫੈਸਲਾ ਹੈ ਮਤਲਬ ਜਿਹੜਾ ਆਉਣਾ ਹਜੇ ਬਾਕੀ ਹੈ। ਮੋਹਿਤ ਜੀ ਉਹ ਸਾਡੀ ਮਾਣਯੋਗ ਅਦਾਲਤ ਹੈ, ਵੱਡੀ ਸੁਪਰੀਮ ਅਦਾਲਤ ਹੈ, ਪਰ ਇਸ ਲਈ ਅਸੀਂ ਉਸ ਦੇ ਉੱਤੇ ਹਲੇ ਕੁਝ ਨਹੀਂ ਕਹਿ ਸਕਦੇ। ਜਦੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਕੋਈ ਗੱਲ ਵੀ ਨਹੀਂ ਕਰ ਸਕਦੇ। ਐਵੇਂ ਕੁਝ ਹੀ ਗੱਲ ਜਿਹੜੀ ਆ ਉਹ ਹੋ ਜਾਂਦੀ ਹੈ ਜਦੋਂ ਤੁਸੀਂ ਬਿਨਾਂ ਕਿਸੇ ਮਤਲਬ ਇੱਕ ਚੰਗੇ ਠੋਸ ਕੰਕਰੀਟ ਚੀਜ਼ਾਂ ਤੋਂ, ਜਿਵੇਂ ਸਾਡੀ ਸਰਕਾਰਾਂ ਕਰਦੀਆਂ ਨੇ, ਉਵੇਂ ਗੱਲ ਕਰਨ ਤੋਂ ਬਿਨਾਂ ਜਿਹੜਾ ਹੈ ਮੈਨੂੰ ਲੱਗਦਾ ਕਿ ਕੋਈ ਫੈਸਲਾ ਆ ਜਾਣ ਦੇ, ਉਸ ਤੋਂ ਬਾਅਦ ਅਸੀਂ ਆਪਾਂ ਜ਼ਰੂਰ ਇਸ ਉੱਤੇ ਗੱਲ ਕਰਾਂਗੇ, ਸਾਡੇ ਜਿਹੜੇ ਦੇਖਣ ਵਾਲੇ ਆ ਉਹਨਾਂ ਦੇ ਨਾਲ ਵੀ ਸਾਂਝੀ ਕਰਾਂਗੇ। ਤੇ ਹੁਣ ਆਪਾਂ ਹੁਣ ਕੈਨੇਡਾ ਚਲ ਜਾਂਦੇ, ਅੱਜ ਕੱਲ੍ਹ ਅਸੀਂ ਅਮਰੀਕਾ ਗਏ ਸੀਗੇ, ਹੁਣ ਅੱਜ ਆਪਾਂ ਕੈਨੇਡਾ ਚੱਲਦੇ ਹਾਂ ਕਿ ਹਾਂ ਵੀ ਕੈਨੇਡਾ ਵਿੱਚ ਵੀ ਜਿਹੜੀ ਕਰੋਨਾ ਵੈਕਸੀਨੇਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ, ਐਂਡ ਉੱਥੇ ਵੀ ਜਿਹੜੀ ਪਹਿਲੀ ਜਿਹੜੀ ਖੁਰਾਕ ਹੈ ਸਾਡੇ ਜਿਹੜੇ ਫਰੰਟ ਲਾਈਨਰਸ ਹੁੰਦੇ ਨੇ, ਜਿਹੜੇ ਨਰਸ ਹੈ, ਉਹਨਾਂ ਨੂੰ ਦੇਣ ਤੋਂ ਬਾਅਦ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ। ਸੋ ਫਿਰ ਕੱਲ ਵਾਂਗੂ ਆਪਾਂ ਫਿਰ ਗੱਲ ਫਿਰ ਦੁਬਾਰਾ ਜੋੜਦੇ ਹਾਂ ਦਿੱਲੀ ਏਮਸ ਦੇ ਨਾਲ। ਨਹੀਂ, ਏਮਸ ਵਾਲਿਆਂ ਨੇ ਆਪਣੀ ਜਿਹੜੀ ਕੱਲ ਸੁਪਰੀਮ ਕੋਰਟ ਨੇ ਦਖਲ ਦਿੱਤਾ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਬਈ ਜੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਧਰਨਾ ਵਾਪਸ ਲੈ ਲਿਆ। ਸੋ ਜੀ ਕਰੋਨਾ ਵੈਕਸੀਨੇਸ਼ਨ ਦੀ ਦੁਬਾਰਾ ਗੱਲ ਕਰਦੇ ਹਾਂ ਕਿ ਹਾਂ ਵੀ UK ਵਿੱਚ ਸ਼ੁਰੂ ਹੋ ਚੁੱਕੀ ਹੈ ਦਵਾਈ ਦੇਣੀ, ਅਮਰੀਕਾ ਵਿੱਚ ਸ਼ੁਰੂ ਹੋ ਚੁੱਕੀ ਹੈ, ਹੁਣ ਕੈਨੇਡਾ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ। ਸੋ ਉਮੀਦ ਕਰਦੇ ਹਾਂ ਕਿ ਆਉਂਦੇ ਚੜ੍ਹਦੇ ਸਾਲ ਤੱਕ ਹਨਾ ਤੇ ਭਾਰਤ ਵਿੱਚ ਵੀ ਸ਼ੁਰੂ ਹੋ ਜਾਏ, ਐਂਡ ਲੋਕੀ ਮੈਂ ਕਹਿੰਦਾ ਨਿਡਰ ਹੋ ਕੇ ਹਨਾ ਫਿਕਰਮੰਦ ਹੋ ਕੇ ਦੁਬਾਰਾ ਫਿਰ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਜਿਉਣੀ ਸ਼ੁਰੂ ਕਰ ਦੇਣ। ਸੋ ਐਸੀ ਸਾਡਾ ਅੱਜ ਦਾ ਪ੍ਰੋਗਰਾਮ ਅਖਬਾਰਨਾਮਾ, ਉਮੀਦ ਕਰਦੇ ਹਾਂ ਕਿ ਤੁਹਾਨੂੰ ਕਾਫੀ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਯਾਨੀ ਕਿ ਪੰਜਾਬ ਮਿਰਰ USA TV ਦੇ ਉੱਪਰ ਜਾ ਕੇ ਤੁਸੀਂ ਸਾਨੂੰ ਜਿਹੜਾ ਕਮੈਂਟ ਹੈ ਕਰ ਸਕਦੇ ਹੋ। ਸਾਡੀ ਜਿਹੜੀ ਐਪਲੀਕੇਸ਼ਨ ਹੈ ਪੰਜਾਬ ਮਿਰਰ USA, ਉਸ ਨੂੰ ਐਂਡਰੋਇਡ ਜਾਂ ਐਪਲ ਫੋਨ ਦੇ ਉੱਪਰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।